सतनाम वाहिगुरु साहिब जी। सेवक सिख पूजन सब आवें, सब गावें हर हर ऊतम बानी। गाविया सुनिया तिनका हर थाए पावै, जिन सतगुर की आज्ञा सत सत कर मानी। तू समरथ वड्डा मेरी मत थोरी राम। पाले हैं अकिरत कणा पूरन दृष्ट तेरी राम। सतनाम वाहिगुरु साहिब जी। एक ओंकार सतगुर प्रसाद। सलोक महला नौवा। चिंता ताकी कीजिए जो अनहोनी होए। एह मार्ग संसार को नानक तेर नहीं कोए। बसंत महला नौवा। कहाँ भूल्यो रे झूठे लोभ लाग। कछ बिगड़ो नाहन अजहूं जाग। रहाओ सम सुपने कै एह जग जान। बिन सै छिन मैं साची मान। संग तेरे हर बसत नीत। निसबासुर भज ताहे मीत। बार अंत की होए सहाय। कहो नानक गुण ताके गाए। बार अंत की होए सहाय। कहो नानक गुण ताके गाए। वाहिगुरु जी का खालसा वाहिगुरु जी की फतेह। सतगुरु जी की अपार किरपा सदका धन गुरु तेग बहादुर साहब महाराज जी की पवित्र बाणी विचों 51वां सलोक ते 51वां शब्द जिस दी विचार श्रवण करा रहे हैं। अत सत्कारयोग सिंह साहब ਗਿਆਨੀ ਰਣਜੀਤ ਸਿੰਘ जी पावन अस्थान के हैड ग्रंथी साहब आने वाली 25 अप्रैल ਨੂੰ सतगुरु
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਨਿਸ਼ਾਨੀ ਗੁਰਪੁਰਬ ਹੈ ਅਤੇ 25 ਅਪ੍ਰੈਲ ਨੂੰ ਹੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪਾਵਨ ਗੁਰਪੁਰਬ ਹੈ। ਕਰੋਨੇ ਦੀ ਮਹਾਮਾਰੀ ਕਰਕੇ ਚਾਰੇ ਪਾਸੇ ਵਾਪਰ ਰਹੇ ਭਿਆਨਕ ਸਮੇਂ ਨੂੰ ਮੁੱਖ ਰੱਖਦਿਆਂ ਜੋ ਦਿੱਲੀ ਕਮੇਟੀ ਨੇ ਉਚੇਚੇ ਤੌਰ ਤੇ ਸੇਵਾਵਾਂ ਆਰੰਭ ਕੀਤੀਆਂ ਹਨ, ਆਪ ਸੰਗਤਾਂ ਜਿੱਥੇ ਪਿੱਛੇ ਤਨ ਮਨ ਧਨ ਨਾਲ ਸਹਿਯੋਗ ਕਰ ਰਹੇ ਸੀ, ਫਿਰ ਬੇਨਤੀ ਹੈ ਉਸੇ ਤਰ੍ਹਾਂ ਸੰਗਤਾਂ ਤਨ ਮਨ ਧਨ ਨਾਲ ਸੇਵਾ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਓ ਅਗਲੇ ਸਮੇਂ ਲਈ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਸ਼ਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾਹ ਅਗਨਤ ਅਤੁਲਯ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦਿਆਂ ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ ਜਾਂ ਘਰਾਂ ਵਿੱਚ ਬੈਠ ਜੋ ਅੱਜ ਸਮੇਂ ਦੀ ਨਜ਼ਾਕਤ ਹੈ ਕਿ ਸਾਨੂੰ ਆਪਣੇ ਆਪ ਨੂੰ ਸੇਫ ਕਰਨਾ ਚਾਹੀਦਾ ਹੈ ਔਰ ਉਹਦੇ ਵਾਸਤੇ ਇੱਕ ਮਾਤਰ ਤਰੀਕਾ ਹੈ ਕਿ ਬਿਨਾਂ ਕਾਰਨ, ਬਿਨਾਂ ਕਿਸੇ ਐਮਰਜੈਂਸੀ ਦੇ, ਕੋਈ ਬਹੁਤ ਵੱਡਾ, ਕੋਈ ਮੁਸੀਬਤ ਵਾਲਾ ਕੋਈ ਸਮਾਂ ਹੋਵੇ, ਸਾਨੂੰ ਘਰੋਂ ਨਹੀਂ ਨਿਕਲਣਾ ਚਾਹੀਦਾ। ਸੋ ਘਰਾਂ ਵਿੱਚ ਬੈਠ ਜੋ ਇਸ ਟੀਵੀ ਦੇ, ਇਸ ਇੰਟਰਨੈਟ ਦੇ ਮਾਧਿਅਮ ਦੇ ਰਾਹੀਂ
ਆਪ ਜੀ ਗੁਰੂ ਚਰਨਾਂ ਨਾਲ ਜੁੜ ਰਹੇ ਹੋ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ। ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਸਾਰੀ ਬਾਣੀ ਦੇ ਵਿੱਚ ਅੰਮ੍ਰਿਤ ਹੈ। ਮੈਂ ਅੱਜ ਤੋਂ ਨਹੀਂ, ਬੜੇ ਸਾਲਾਂ ਤੋਂ ਜਦੋਂ ਵੀ ਸੰਗਤ ਵਿੱਚ ਬੇਨਤੀ ਕਰਨ ਵਾਸਤੇ ਬੈਠਦਾ, ਉਦੋਂ ਇਹ ਬੇਨਤੀ ਆਰੰਭ ਵਿੱਚ ਜ਼ਰੂਰ ਕਰਦਾ ਕਿ ਬਾਣੀ ਗੁਰੂ ਹੈ। ਇਹ ਬਾਣੀ ਗੀਤ ਨਹੀਂ ਹੈ, ਕਿਉਂਕਿ ਕਈਆਂ ਨੇ ਇਸ ਬਾਣੀ ਨੂੰ ਗੀਤ ਸਮਝਿਆ, ਫਿਰ ਆਪਣੇ ਗੀਤ ਲਿਖ ਲਏ, ਫਿਰ ਜਿਵੇਂ ਬੋਲੀਆਂ ਪਾਈ ਦੀਆਂ ਨੇ ਉਵੇਂ ਉਸ ਨੂੰ ਸੁਣਾਉਣਾ ਸ਼ੁਰੂ ਕਰ ਦਿੱਤਾ। ਇਹ ਬਿਲਕੁਲ ਠੀਕ ਹੈ ਕਿ ਅੱਜ ਜਿਵੇਂ ਬੱਚਿਆਂ ਦਾ ਟੇਸਟ ਖਰਾਬ ਹੋਇਆ ਵੀ ਦੁੱਧ ਪਿਆਓ ਤੇ ਨਹੀਂ ਪੀਂਦੇ, ਚਾਕਲੇਟ ਖਵਾਓ ਤੇ ਖਾ ਲੈਂਦੇ ਨੇ, ਦੁੱਧ ਘਿਓ ਦਿਓ ਤੇ ਨਹੀਂ ਖਾਂਦੇ ਪੀਂਦੇ, ਆਈਸਕ੍ਰੀਮ ਦਿਓ, ਟੌਫੀਆਂ ਦਿਓ, ਕੈਂਡੀਆਂ ਦਿਓ ਤਾਂ ਖਾ ਲੈਂਦੇ ਨੇ। ਸਾਡੀ ਵੀ ਹਾਲਤ ਇਹ ਹੈ ਕਿ ਗੁਰੂ ਕੀ ਬਾਣੀ ਦੇ ਕੀਰਤਨ ਨਾਲੋਂ ਕੋਈ ਸਾਨੂੰ ਧਾਰਮਿਕ ਗੀਤ ਸੁਣਾਵੇ ਤੇ ਅਸੀਂ ਬੜੀ ਸ਼ਰਧਾ ਨਾਲ ਸੁਣਦੇ ਹਾਂ। ਕਹਿੰਦੇ ਕੀ ਆ ਜੀ, ਸਮਝ ਆਉਂਦੀ ਹੈ। ਸਮਝ ਆਈ ਤੇ ਸਮਝੇ ਤੇ ਹੈ ਨਹੀਂ, ਰਹੇ ਤੇ ਉਦਾਂ ਦੇ ਹੀ ਜਿੱਦਾਂ ਦੇ ਪਹਿਲਾਂ ਸੀ ਆਪਾਂ। ਜੇ ਸਮਝ ਆਈ ਹੁੰਦੀ ਤੇ ਹੁਣ ਤੱਕ ਸਮਝ ਜਾਂਦੇ। ਸੋ ਮੇਰੀ ਬੇਨਤੀ ਹੈ ਕਿ ਬਾਣੀ ਗੁਰੂ ਹੈ, ਔਰ ਦੂਸਰਾ ਭਾਵ ਹੈ ਕਿ ਗੁਰੂ ਬਾਣੀ ਹੈ। ਜੇ ਗੁਰੂ ਲੱਭਣ ਜਾਓਗੇ ਤੇ ਬੰਦਾ ਨਾ ਲੱਭਿਓ। ਕਿਸੇ ਬੰਦੇ ਦੇ ਭਰਮ ਭੁਲੇਖੇ ਵਿੱਚ ਨਾ ਪੈਣਾ। ਉੱਥੇ ਵੀ ਤੁਹਾਨੂੰ ਫਿਰ ਅੱਗੋਂ ਬਾਣੀ ਹੀ ਮਿਲੇਗੀ। ਔਰ ਜਦੋਂ ਬਾਣੀ ਗੁਰੂ ਦਾ ਸਿਧਾਂਤ ਦ੍ਰਿੜ ਹੋ ਜਾਵੇ ਤੇ ਅਗਲੀ ਗੱਲ ਪੱਲੇ ਬੰਨ੍ਹ ਲੈਣਾ ਕਿ ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਸਾਰੇ ਅੰਮ੍ਰਿਤ ਦਾ ਮਤਲਬ ਕੋਈ 5, 7, 10, 15, 20, 25, 30, 40, 50 ਅੰਮ੍ਰਿਤ ਨਹੀਂ ਹੈ। ਅੰਮ੍ਰਿਤ ਇੱਕੋ ਹੀ ਹੈ, ਆਤਮਿਕ ਜੀਵਨ ਦੇਣ ਵਾਲਾ ਜਲ। ਪਰ ਇਹ ਸਾਰੀ ਬਾਣੀ ਵਿੱਚ ਹੈ। ਉਹ ਬਾਣੀ ਭਗਤਾਂ ਦੀ ਹੈ, ਭੱਟਾਂ ਦੀ ਹੈ, ਗੁਰੂ ਕੇ ਸਿੱਖਾਂ ਦੀ ਹੈ, ਗੁਰੂਆਂ ਦੀ ਹੈ। ਕਿਉਂਕਿ ਇਸ ਘਰ ਵਿੱਚ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜਿਹੜੀ ਦੂਜੀ ਬਾਣੀ ਸੀ ਉਹ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਰਜੀ ਨਹੀਂ ਕੀਤੀ ਸੀ। ਭਾਵੇਂ ਉਹਦੇ ਬਦਲੇ ਉਹਨਾਂ ਨੂੰ ਆਪਣੀ ਸ਼ਹਾਦਤ ਦੇਣੀ ਪਈ, ਸ਼ਾਇਦ ਸਾਨੂੰ ਇਹ ਵੀ ਨਹੀਂ ਪਤਾ ਹੋਣਾ। ਇਹ ਗੱਲਾਂ ਤਾਂ ਹੋ ਸਕਦੀਆਂ ਨੇ ਜੇ ਸਾਨੂੰ ਅਰਥ ਆਉਂਦੇ ਹੋਣ। ਸ਼ਹਾਦਤ ਦਾ ਅਰਥ ਹੁੰਦਾ ਗਵਾਹੀ। ਤੇ ਫਿਰ ਪੁੱਛਣਾ ਚਾਹੀਦਾ ਵੀ ਕਿਸ ਗੱਲ ਦੀ ਗਵਾਹੀ ਦਿੱਤੀ ਗੁਰੂ ਸਾਹਿਬ ਨੇ ਲਾਹੌਰ ਜਾ ਕੇ? ਤਤੀ ਤਵੀ ਤੇ ਬੈਠ ਕੇ ਕਾਹਦੀ ਗਵਾਹੀ ਦਿੱਤੀ? ਗਵਾਹੀ ਦੇਣ ਲਈ ਲਾਹੌਰ ਜਾਣਾ ਜ਼ਰੂਰੀ ਸੀ। ਇਹਦੇ ਲਈ ਤੁਹਾਨੂੰ ਪਹਿਲਾਂ ਗੁਰਮੁਖੀ ਵੀ ਸਿੱਖਣੀ ਪੈਣੀ ਹੈ। ਇਹਦੇ ਲਈ ਤੁਹਾਨੂੰ ਆਪਣੀ ਮਾਤਰ ਭਾਸ਼ਾ ਵੀ ਜਿਹੜੀ ਹੈ ਉਹ ਵੀ ਸਪਸ਼ਟ ਕਰਨੀ ਹੋਏਗੀ।
ਨਹੀਂ ਤਾਂ ਅਰਥਾਂ ਦੇ ਅਨਰਥ ਕਰਦੇ ਤੁਰੇ ਜਾਵਾਂਗੇ ਅਸੀਂ। ਹੁਣ ਗੁਰੂ ਅਰਜਨ ਦੇ ਪਿਤਾ ਜੀ ਨੇ ਸ਼ਹਾਦਤ ਦਿੱਤੀ ਹੈ, ਔਰ ਮੈਂ ਇਹਦੇ ਨਾਲ ਸ਼ਹਾਦਤ ਦਾ ਜਿਹੜਾ ਕਨਸੈਪਟ ਹੈ ਉਹ ਵੀ ਕਲੀਅਰ ਕਰ ਦਿਆਂ। ਸ਼ਹਾਦਤ ਦਾ ਸਿਧਾਂਤ ਕੀ ਹੈ, ਉਹਦੀ ਸਪਸ਼ਟਤਾ ਇਹ ਹੈ ਕਿ ਇਹ ਹਿੰਦੁਸਤਾਨ ਦੀ ਇਹ ਵਸਤੂ ਨਹੀਂ ਹੈ, ਕਿਉਂਕਿ ਹਿੰਦੁਸਤਾਨ ਦੇ ਵਿੱਚ ਧਰਮ ਦੇ ਨਾਂ ਤੇ ਕੋਈ ਕਦੇ ਮਰਿਆ ਹੀ ਨਹੀਂ। ਇੱਥੇ ਜਾਂ ਤੇ ਧਰਮ ਦੇ ਨਾਂ ਤੇ ਬੰਦਾ ਮਾਰ ਦਿੱਤਾ ਗਿਆ ਤੇ ਉਹਨੂੰ ਬਲੀ ਕਹਿ ਦਿੱਤਾ ਗਿਆ, ਔਰ ਬਰੀਆਂ ਨਾਰੀਅਲ ਤੋਂ ਲੈ ਕੇ, ਪਸ਼ੂਆਂ ਤੋਂ ਲੈ ਕੇ, ਬੱਚਿਆਂ ਤੋਂ ਲੈ ਕੇ ਬੰਦਿਆਂ ਤੱਕ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਦੇ ਦਿੱਤੀਆਂ ਗਈਆਂ। ਹਿੰਦੁਸਤਾਨ ਦਾ ਜਿਹੜਾ ਸਿਧਾਂਤ ਉਹ ਇਹੀ ਸੀਗਾ, ਜਾਂ ਤੇ ਕਿਸੇ ਦੀ ਬਲੀ ਦੇ ਦਿਓ ਤੇ ਜਾਂ ਖੁਦਕਸ਼ੀ ਕਰ ਲਓ। ਇੱਥੇ ਕੋਈ ਸ਼ਹੀਦ ਨਹੀਂ ਸੀ ਹੁੰਦਾ, ਜਾਂ ਖੁਦਕਸ਼ੀ ਕਰ ਜਾਂਦਾ ਸੀ ਤੇ ਜਾਂ ਕੋਈ ਫੜ ਕੇ ਕਿਸੇ ਦੀ ਬਲੀ ਦੇ ਦਿੰਦਾ ਸੀ। ਇਹ ਮੁਗਲ ਲੋਕ ਲੈ ਕੇ ਆਏ ਨੇ, ਔਰ ਇਸ ਨੂੰ ਸਰੰਜਾਮ ਦਿੱਤਾ ਸਾਡੇ ਗੁਰੂ ਸਾਹਿਬਾਨਾਂ ਨੇ। ਆਪਣੀਆਂ ਸ਼ਹੀਦੀਆਂ ਦੇ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਆਪ ਖੁਦ ਸ਼ਹੀਦ ਹੋ ਕੇ, ਕਿਉਂਕਿ ਇਹ ਗੱਲ ਤਾਂ ਅਸੀਂ ਵੀ ਮੰਨਦੇ ਹਾਂ ਨਾ ਵੀ ਮਰਨ ਤੋਂ ਬਿਨਾ ਮੁਕਤੀ ਨਹੀਂ ਹੈ। ਕਿਸੇ ਸਿਧਾਂਤ ਲਈ ਤੁਸੀਂ ਬਾਹਰ ਬਹਿ ਕੇ ਗੱਲਾਂ ਕਰੋਗੇ, ਗੱਲ ਬਣੇਗੀ ਨਹੀਂ। ਅੱਜ ਵੀ ਉਹੀ ਵਿਅਕਤੀ ਲੋਕਾਂ ਦੇ ਵਾਸਤੇ ਰੋਲ ਮਾਡਲ ਬਣੇ ਨੇ, ਉਹੀ ਵਿਅਕਤੀ ਲੋਕਾਂ ਵਾਸਤੇ ਮੀਲ ਪੱਥਰ ਬਣੇ ਨੇ, ਜਿਹੜੇ ਲੋਕ ਖੁਦ ਪਹਿਲਾਂ ਆਪ ਪਾਣੀ ਵਿੱਚ ਉਤਰੇ ਨੇ। ਮੈਂ ਨਹੀਂ ਕਰਾਂਗਾ, ਮੈਂ ਤੁਹਾਨੂੰ ਕਿੰਨਾ ਚਿਰ ਪ੍ਰੇਰਦਾ ਰਵਾਂਗਾ ਕਿ ਤੁਸੀਂ ਕਰੋ ਜੀ। ਇੱਥੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਨੇ ਸ਼ਹੀਦ ਹੋ ਕੇ ਇਸ ਪਰੰਪਰਾ ਨੂੰ ਬੰਨ੍ਹ ਦਿੱਤਾ, ਔਰ ਅੱਜ ਤੱਕ ਵੀ ਇਹ ਉਸੇ ਤਰ੍ਹਾਂ ਹੀ ਕਾਇਮ ਹੈ। ਆਪਣੇ ਧਰਮ ਦੇ ਵਾਸਤੇ, ਆਪਣੇ ਧਰਮ ਦੇ ਜਿਹੜੇ ਪ੍ਰਿੰਸੀਪਲ ਨੇ, ਅਸੂਲ ਨੇ, ਆਪਣੇ ਧਰਮ ਦੀਆਂ ਜਿਹੜੀਆਂ ਮਰਿਆਦਾ ਨੇ, ਉਹਨਾਂ ਦੀ ਸਲਾਮਤੀ ਵਾਸਤੇ ਅੱਜ ਵੀ ਸਿੱਖ ਸ਼ਹੀਦ ਹੋ ਰਹੇ ਨੇ। ਜਿਸ ਗੁਰੂ ਪਿਤਾ ਜੀ ਦੀ ਅਸੀਂ ਸ਼ਤਾਬਦੀ ਮਨਾਉਣ ਚੱਲੇ ਹਾਂ 1 ਮਈ ਨੂੰ, ਤਿਲਕ ਜੰਜੂ ਦੇ ਰਾਖੇ ਤਿਆਗ ਵੈਰਾਗ ਅਨੁਰਾਗ ਦੀ ਮੂਰਤ ਨੇ ਗੁਰੂ ਤੇਗ ਬਹਾਦਰ। ਉਹਨਾਂ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਹੈ, ਔਰ ਉਹਨਾਂ ਦੀ ਸ਼ਹਾਦਤ ਦੇ ਵਿੱਚੋਂ ਸਾਨੂੰ ਪਹਿਲੀ ਗੱਲ ਜਿਹੜੀ ਸਮਝ ਆਉਂਦੀ ਹੈ ਗੁਰੂ ਸਾਹਿਬ ਦੇ ਘਰ ਦੇ ਅਸੂਲਾਂ ਦੀ, ਉਹ ਬੜੀ ਵੱਡੀ ਹੈ। ਕਿ ਕਿਰਪਾ ਰਾਮ ਪੰਡਤ ਆਉਂਦਾ, ਕਸ਼ਮੀਰੀ ਪੰਡਤਾਂ ਦਾ ਇੱਕ ਵਫਦ ਲੈ ਕੇ, ਡੈਪੂਟੇਸ਼ਨ ਲੈ ਕੇ, ਉਹ ਆ ਕੇ ਘਗਿਆਉਂਦਾ ਹੈ, ਗਿੜਗੜਾਉਂਦਾ ਹੈ। ਉਹ ਗੁਰੂ ਸਾਹਿਬ ਦੇ ਕੋਲੋਂ ਆਪਣੀ ਜ਼ਿੰਦਗੀ ਦੀ ਭੀਖ ਮੰਗਦਾ ਹੈ, ਆਪਣੀ ਧਰਮ ਦੀ ਸੰਸਕ੍ਰਿਤੀ ਦੀ, ਆਪਣੇ ਧਰਮ ਸਥਾਨਾਂ ਦੀ ਸਲਾਮਤੀ ਦੀ। ਤੇ ਮੈਂ ਤਕਰੀਬਨ ਸ਼ਾਮ ਦੀ ਕਥਾ ਵਿੱਚ ਰੋਜ਼ ਹੀ ਬੇਨਤੀ ਕਰਦਾ ਕਿ ਜੇ ਅੱਜ ਵਾਲੇ ਬੰਦੇ ਦਾ ਸਿਧਾਂਤ ਮੰਨ ਲਿਆ ਜਾਏ
ਤੇ ਗੁਰੂ ਸਾਹਿਬ ਨੂੰ ਕਹਿਣਾ ਚਾਹੀਦਾ ਸੀ ਵੀ ਕਿਰਪਾ ਰਾਮ ਆਪਣੀ ਮੁਸੀਬਤ ਚੁੱਕ ਕੇ ਸਾਡੇ ਘਰ ਕਿਉਂ ਲਿਆ ਰਿਹਾ ਹੈ ਭਾਈ। ਔਰੰਗਜ਼ੇਬ ਤੁਹਾਡੇ ਜਨੇਊ ਉਤਾਰਦਾ, ਸਾਡੀ ਮਰਿਆਦਾ ਨੂੰ ਤਾਂ ਕੁਛ ਨਹੀਂ ਕਹਿੰਦਾ। ਤੁਹਾਡਾ ਧਰਮ ਤਬਦੀਲ ਕਰਦਾ ਹੈ, ਤੁਹਾਡੀ ਸੰਸਕ੍ਰਿਤੀ ਨੂੰ ਖਤਰਾ ਹੈ। ਗੁਰੂ ਨਾਨਕ ਦੇ ਘਰ ਦੀ ਸੰਸਕ੍ਰਿਤੀ ਨੂੰ ਕੋਈ ਖਤਰਾ ਨਹੀਂ ਹੈ। ਇੱਥੇ ਤਾਂ ਸਾਡੇ ਰਾਮ ਰਾਏ ਨੂੰ ਉਹ ਖੁਦ ਰੱਖ ਕੇ ਬੈਠਾ ਹੋਇਆ ਆਪਣੇ ਕੋਲੇ। ਅੱਜ ਦੇ ਬੰਦੇ ਦੀਆਂ ਗੱਲਾਂ ਸੁਣੋਗੇ ਤੇ ਬਿਲਕੁਲ ਇਦਾਂ ਹੀ ਗੁਰੂ ਸਾਹਿਬ ਨੂੰ ਕਹਿ ਕੇ ਸ਼ਹੀਦ ਹੋਣਾ ਤਾਂ ਦੂਰ ਦੀ ਗੱਲ, ਸਗੋਂ ਕਿਰਪਾ ਰਾਮ ਨੂੰ ਕਹਿਣਾ ਬਣਦਾ ਸੀ ਵੀ ਅੱਜ ਤੋਂ ਬਾਅਦ ਭਰਾਵਾ ਸਾਡੇ ਘਰ ਨਾ ਆਵੀਂ, ਸਾਨੂੰ ਸੁਖੀ ਵਸਣ ਦਿਓ। ਅਸੀਂ ਬਥੇਰੀਆਂ ਮੁਗਲਾਂ ਨਾਲ ਪਹਿਲਾਂ ਜੰਗਾਂ ਲੜੀਆਂ ਨੇ, ਤਾਂ ਅਸੀਂ ਹੁਣ ਇਹ ਸਾੜ ਸਤੀ ਮੁੜ ਕੇ ਆਪਣੇ ਘਰ ਵਿੱਚ ਲੈ ਕੇ ਨਹੀਂ ਆਉਣਾ ਚਾਹੁੰਦੇ। ਔਰ ਇਹ ਸੱਚ ਹੈ। ਮੈਂ ਹਰ ਸਿੱਖ ਨੂੰ, ਹਰ ਸਿੱਖ ਨੇਤਾ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ਤੋਂ ਬਾਅਦ ਸ਼ਾਹਜਹਾਨ ਤੋਂ ਲੈ ਕੇ ਔਰੰਗਜ਼ੇਬ ਬਾਦਸ਼ਾਹ ਤੱਕ 1675 ਤੱਕ ਕਦੇ ਕਿਸੇ ਮੁਗਲ ਬਾਦਸ਼ਾਹ ਨੇ ਸਿੱਖਾਂ ਨਾਲ ਝਗੜਾ ਨਹੀਂ ਕੀਤਾ। ਸੱਚ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਤੜਫਦਾ ਰਿਹਾ ਔਰੰਗਜ਼ੇਬ। ਇਤਿਹਾਸ ਕਹਿੰਦਾ ਕਿ ਉਹ ਬਾਲਾ ਸਾਹਿਬ ਤੱਕ ਵੀ ਗਿਆ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਚੁੱਕੇ ਸਨ, ਕਿ ਚਲੋ ਜੇ ਉਹਨਾਂ ਨੇ ਜੀਵਤ ਅਵਸਥਾ ਵਿੱਚ ਦਰਸ਼ਨ ਨਹੀਂ ਦਿੱਤੇ ਤੇ ਮੈਂ ਉਹਨਾਂ ਦਾ ਜਿਹੜਾ ਪਾਰਥਕ ਸਰੀਰ ਹੈ ਮੈਂ ਉਹਦੇ ਦਰਸ਼ਨ ਹੀ ਕਰ ਲਵਾਂ। ਪਰ ਗੁਰੂ ਦੀ ਐਸੀ ਉੱਥੇ ਕਲਾ ਵਰਤਦੀ ਹੈ ਕਿ ਜਿਹੜਾ ਪਿਤਾ ਗੁਰੂ ਦਾ ਸਿਧਾਂਤ ਸੀ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉੱਥੇ ਵੀ ਮੰਨਿਆ। ਜੋਤੀ ਜੋਤ ਸਮਾਉਣ ਦੇ ਬਾਵਜੂਦ ਵੀ ਉਸ ਮਲੇਸ਼ ਨੂੰ ਦਰਸ਼ਨ ਨਹੀਂ ਦਿੱਤੇ। ਪਿਤਾ ਗੁਰੂ ਦਾ ਹੁਕਮ ਸੀ, ਨੈ ਮਲੇਸ਼ ਕੋ ਦਰਸ਼ਨ ਦੇ ਹੈ। ਸੋ ਮੇਰੀ ਬੇਨਤੀ ਹੈ ਆਪਾਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਜਾਈਏ। ਅੱਜ ਦੁਨੀਆ ਦੀਆਂ ਜਿਹੜੀਆਂ ਕੌਮਾਂ ਨੇ ਉਹਦੇ ਵਿੱਚੋਂ ਇੱਕ ਬਹੁਤ ਘੱਟ ਗਿਣਤੀ ਕੌਮ ਅਸੀਂ ਹਾਂ। ਔਰ ਜਿੰਨੀ ਵਡਿਆਈ, ਜਿੰਨੀ ਸ਼ੋਭਾ, ਜਿੰਨੀ ਸ਼ਾਨ ਸਿੱਖੀ ਦੀ ਹੈ, ਕਿ ਇਹ ਸਾਡੇ ਵਾਸਤੇ ਮਾਣ ਵਾਲੀ ਗੱਲ ਨਹੀਂ ਕਿ ਜਿਹੜਾ ਸਿੱਖੀ ਦਾ ਝੰਡਾ ਹੈ ਉਹ ਹਰ ਮੁਲਕ ਵਿੱਚ ਚੜ੍ਹਦਾ ਹੈ, ਹਰ ਮੁਲਕ ਵਿੱਚ ਝੂਲਦਾ ਹੈ। ਔਰ ਇਸ ਝੰਡੇ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ, ਜਿਹਨੂੰ ਆਪਾਂ ਸਤਿਕਾਰ ਨਾਲ ਨਿਸ਼ਾਨ ਸਾਹਿਬ ਕਹਿੰਦੇ ਆ। ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਇਸਲਾਮਿਕ ਕੰਟਰੀ ਹੈ, ਇਹਦਾ ਨਾਂ ਹੀ ਇਸੇ ਬੁਨਿਆਦ ਤੇ ਰੱਖਿਆ ਗਿਆ ਪਾਕਿਸਤਾਨ, ਕਿ ਉੱਥੇ ਗੁਰੂ ਕੇ ਨਿਸ਼ਾਨ ਨਹੀਂ ਝੂਲਦੇ। ਅਗਰ ਇਹ ਸਾਰੀ ਗੱਲ ਦੁਨੀਆ ਨੂੰ ਪ੍ਰਵਾਨਿਤ ਹੈ ਤਾਂ ਇਸ ਕਰਕੇ ਨਹੀਂ ਹੈ ਵੀ ਤੁਹਾਡੀ ਗਿਣਤੀ ਬਹੁਤੀ ਹੈ, ਜਾਂ ਇਸ ਕਰਕੇ ਹੈ ਵੀ ਤੁਸੀਂ ਅਮੀਰ ਬੜੇ ਹੋ, ਜਾਂ ਇਸ ਕਰਕੇ ਹੈ ਕਿ ਤੁਹਾਡੇ ਕੋਲ ਸ਼ਕਤੀ ਤਾਕਤ ਬਹੁਤ ਹੈ। ਨਹੀਂ, ਤੁਹਾਡੇ ਪ੍ਰਿੰਸੀਪਲ ਬੜੇ ਅੱਛੇ ਨੇ। ਗੁਰੂ ਦੇ ਬਖਸ਼ੇ ਹੋਏ ਉਹ ਜਿਹੜੇ ਮੌਲਿਕ ਸਿਧਾਂਤ ਨੇ ਉਹ ਤੁਹਾਨੂੰ ਸ਼ਾਨ ਬਖਸ਼ਦੇ ਨੇ।
ਔਰ ਇਹਦੀ ਬੁਨਿਆਦ ਇੱਕੋ ਪੰਕਤੀ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਫਿਰ ਉਸ ਮਾਰਗ ਨੂੰ ਕਦੇ ਛੱਡਿਓ ਨਾ। ਗੁਰੂ ਨੌਵੇਂ ਪਿਤਾ ਮਹਾਰਾਜ ਨੇ ਸਾਨੂੰ ਇਹ ਗੱਲ ਦ੍ਰਿੜ ਕਰਾਈ ਹੈ, ਆਪਣੀ ਸ਼ਹਾਦਤ ਦੇ ਕੇ ਕਿ ਸਿੱਖਾ, ਤੇਰਾ ਜੀਵਨ ਨਿਜ ਵਾਸਤੇ ਨਹੀਂ ਹੈ। ਆਪਣੇ ਵਾਸਤੇ ਤਾਂ ਪਸ਼ੂ ਵੀ ਜਿਉਂਦੇ ਨੇ, ਆਪਣੇ ਵਾਸਤੇ ਤਾਂ ਪੰਛੀ ਵੀ ਜਿਉਂਦੇ ਨੇ, ਆਪਣੇ ਵਾਸਤੇ ਤਾਂ ਕੀੜੇ ਮਕੌੜੇ ਵੀ ਜਿਉਂਦੇ ਨੇ। ਇਸੇ ਕਰਕੇ ਹਰ ਸਿੱਖ ਨੂੰ ਫਰਿਸ਼ਤਾ ਦੇਵਤਾ ਕਿਹਾ ਜਾਂਦਾ ਹੈ, ਕਿਉਂਕਿ ਉਹ ਪਰਉਪਕਾਰ ਵਾਸਤੇ ਜਦੋਂ ਵਿਚਰਦਾ ਹੈ, ਚੱਲਦਾ ਹੈ, ਤੇ ਦੁਨੀਆ ਕਹਿੰਦੀ ਹੈ ਇਹ ਤਾਂ ਦੇਵਤੇ ਨੇ, ਇਹ ਤਾਂ ਫਰਿਸ਼ਤੇ ਨੇ। ਰਹੀ ਗੱਲ ਮੌਤ ਦੀ, ਸਿੱਖਾਂ ਨੇ ਸ਼ਹਾਦਤ ਕਿਉਂ ਦਿੱਤੀਆਂ ਨੇ? ਕਿਉਂਕਿ ਸਾਨੂੰ ਸਾਡੇ ਗੁਰੂ ਨੇ, ਕਿਉਂਕਿ ਸਾਡਾ ਗੁਰੂ ਬਾਣੀ ਹੈ, ਬਾਣੀ ਸਾਡਾ ਗੁਰੂ ਹੈ। ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ। ਮਰਨ ਦਾ ਫਿਕਰ ਕਰਨ ਦਾ ਸਿਧਾਂਤ ਨਹੀਂ ਹੈ ਸਿੱਖ ਦੇ ਵਾਸਤੇ। ਗੁਰੂ ਨਾਨਕ ਦੇ ਘਰ ਵਿੱਚ ਇਸ ਗੱਲ ਦੀ ਚਿੰਤਾ ਨਹੀਂ ਕਿ ਮੈਂ ਮਰ ਜਾਵਾਂਗਾ। ਹਾਂ, ਇਸ ਗੱਲ ਦਾ ਉਦਮ ਜ਼ਰੂਰ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਭਾਈ ਧਰਮ ਸਿੰਘ ਜ਼ਖਮੀ, ਅੱਜ ਉਹਨਾਂ ਦਾ ਪੋਤਰਾ ਕੀਰਤਨ ਕਰਦਾ, ਉਹਨਾਂ ਦੇ ਭਰਾ ਵੀ ਕਰਦੇ ਨੇ। ਸ਼ਾਇਦ ਉਹਨਾਂ ਦੀ ਕਮਾਈ ਸੀ, ਉਹਨਾਂ ਦੇ ਬੱਚੇ ਕਥਾਵਾਚਕ ਵੀ ਨੇ। ਇਤਿਹਾਸ ਕਹਿੰਦਾ ਕਿ ਉਹਨਾਂ ਦੀ ਸਰਜਰੀ ਹੋਣੀ ਸੀ ਤੇ ਉਹਨਾਂ ਨੇ ਡਾਕਟਰ ਨੂੰ ਪੁੱਛਿਆ ਵੀ ਮੈਂ ਇਸ਼ਨਾਨ ਕਰਨ ਜੋਗਾ ਕਦੋਂ ਤੱਕ ਹੋਵਾਂਗਾ, ਕਦੋਂ ਮੈਂ ਹੋਸ਼ ਵਿੱਚ ਆਵਾਂਗਾ, ਕਦੋਂ ਫਿਰ ਮੈਂ ਇਸ਼ਨਾਨ ਕਰਾਂਗਾ। ਤੇ ਡਾਕਟਰ ਨੇ ਪੁੱਛਿਆ ਵੀ ਕਿਉਂ? ਕਹਿੰਦੇ ਭਾਈ ਮੈਂ ਪਾਠ ਨਿਤਨੇਮ ਕਰਨਾ ਹੁੰਦਾ। ਤੇ ਕਹਿੰਦੇ ਨੇ ਕਿ ਜਿੰਨੇ ਦਿਨ ਡਾਕਟਰਾਂ ਨੇ ਦੱਸੇ, ਕਹਿਣ ਲੱਗੇ ਫਿਰ ਮੈਨੂੰ ਉਹਨੇ ਦਿਨਾਂ ਦਾ ਪਹਿਲਾਂ ਨਿਤਨੇਮ ਕਰ ਲੈਣ ਦਿਓ, ਫਿਰ ਮੇਰੀ ਸਰਜਰੀ ਕਰਿਓ। ਅੱਜ ਇਹੋ ਜਿਹੀ ਕੀਰਤਨੀਏ ਕਿੱਥੋਂ ਲੈ ਕੇ ਆਵਾਂਗੇ? ਅਸੀਂ ਗਵਈਏ ਬਣਨ ਵਿੱਚ, ਟੀਵੀ ਆਰਟਿਸਟ ਬਣਨ ਵਿੱਚ ਬੜੇ ਖੁਸ਼ ਹਾਂ, ਪਰ ਯਾਦ ਰੱਖਣਾ ਭਲੋ ਭਲੋ ਰੇ ਕੀਰਤਨੀਆ, ਇਹ ਵਡਿਆਈ ਦੇ ਅਧਿਕਾਰੀ ਅਸੀਂ ਨਹੀਂ ਬਣ ਸਕਾਂਗੇ। ਮੈਂ ਤਾਂ ਅਕਸਰ ਬੋਲਦਾ ਰਹਿਣਾ ਕਿ ਅੱਜ ਕੋਈ ਕਹਿੰਦਾ ਜੀ ਗਿਨੀਜ਼ ਬੁੱਕ ਵਿੱਚ ਨਾ ਹੋਣਾ ਚਾਹੀਦਾ, ਕੋਈ ਕਹਿੰਦਾ ਜੀ ਲਿਮਕਾ ਬੁੱਕ ਵਿੱਚ ਨਾ ਹੋਣਾ ਚਾਹੀਦਾ ਜੀ। ਪੁੱਛੋ ਵੀ ਤੁਹਾਡਾ ਪੜ੍ਹੇਗਾ ਕੌਣ? ਉਹ ਯਤਨ ਕਰੋ ਤੁਹਾਡਾ ਨਾਂ ਸਿੱਖਾਂ ਦੀ ਅਰਦਾਸ ਵਿੱਚ ਹੋਵੇ ਤਾਂ ਕਿ ਰੋਜ਼ ਸਿੱਖ ਪੜ੍ਹਨ, ਹਰ ਸਿੱਖ ਪੜ੍ਹੇ। ਵੇਖੋ ਮੇਰੀ ਫੋਟੋ ਅਖਬਾਰ 'ਚ ਆਈ, ਆ ਗਈ ਕਿਸੇ ਅਰਬ ਕੰਟਰੀ ਦੀ ਅਖਬਾਰ ਵਿੱਚ, ਤੇ ਜੇ ਮੈਂ ਜਾਂ ਮੇਰਿਆਂ ਨੇ ਵੇਖੀ ਨਹੀਂ ਤਾਂ ਉਸ ਫੋਟੋ ਦਾ ਮੈਨੂੰ ਕੀ ਭਾਗ ਹੈ? ਅਸੀਂ ਝੂਠੀ ਸ਼ੋਹਰਤ ਵਾਲੇ ਪਾਸੇ ਚਲੇ ਗਏ।
ਮੈਂ ਸਭ ਵੀਰਾਂ ਨੂੰ ਬੇਨਤੀ ਕਰਾਂਗਾ, ਆਪਾਂ ਕੀਰਤਨੀਏ ਬਣੀਏ। ਆਪਾਂ ਉਹਨਾਂ ਸਿਧਾਂਤਾਂ ਨੂੰ ਜੀਵਨ ਵਿੱਚ ਲੈ ਕੇ ਚੱਲੀਏ। ਐਵੇਂ ਨਹੀਂ ਭਾਈ ਧਰਮ ਸਿੰਘ ਨੂੰ ਕੋਈ ਯਾਦ ਕਰਦਾ, ਇਸੇ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਕਿ ਉਹ ਕੇਵਲ ਗਾਉਣ ਤੱਕ ਸੀਮਤ ਨਹੀਂ ਸੀ, ਉਹ ਗਾਉਣ ਤੋਂ ਪਹਿਲਾਂ ਕਮਾਉਣ ਵਾਲੇ ਵੀ ਸਨ। ਮਰਨ ਦਾ ਕੀ ਹੈ? ਮਰਨਾ ਤੇ ਸੱਚ ਹੈ। ਜਿਸ ਘਰ ਵਿੱਚ ਆਪਾਂ ਬੈਠੇ ਹਾਂ, ਇਸ ਘਰ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਪਹਿਲਾ ਮਰਨ ਕਬੂਲ। ਇਹਦਾ ਅਰਥ ਹੈ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਸਵਾਲ ਇਹ ਨਹੀਂ ਕਿ ਮਰ ਜਾਣਾ ਹੈ, ਮਰ ਤੇ ਸਾਰਿਆਂ ਨੇ ਜਾਣਾ ਹੈ। ਚਿੰਤਾ ਦੀ ਲੋੜ ਨਹੀਂ, ਚੇਤਾ ਕਰਨ ਦੀ ਲੋੜ ਹੈ। ਚੇਤਾ ਈ ਤਾਂ ਚੇਤ ਸਾਹਿਬ ਸੋ ਸੱਚਾ ਧਨੀ। ਕੀ ਤੈਨੂੰ ਪਤਾ ਹੈ ਤੂੰ ਮਾਤਾ ਦੇ ਗਰਭ ਵਿੱਚ ਕਿੰਨੇ ਵਾਅਦੇ ਕੀਤੇ ਸੀ? ਭਈਆ ਕਾਹੇ ਫਿਰ ਤੋਂ ਫੂਲਿਆ ਫੂਲਿਆ, ਮਨ 10 ਨਾਜ ਟਕਾ 4 ਗੰਠੀ। ਇਹਨਾਂ ਚੀਜ਼ਾਂ ਪਿੱਛੇ जब 10 मास उधर में रहता 100 दिन काहे भूलिया। ਜਿਹੜੇ 10 ਮਹੀਨੇ ਮਾਂ ਦੇ ਗਰਭ ਵਿੱਚ ਗੁਜ਼ਾਰੇ ਉਹ ਤੈਨੂੰ ਕਿਵੇਂ ਭੁੱਲ ਗਏ ਭਾਈ? ਉਹ ਜਿਹੜੀ ਖਸਮ ਸੇਤੀ ਅਰਦਾਸ ਵਿਖਾਣੇ ਵਾਲੀ ਗੱਲ ਹੈ ਉਹ ਕਿੱਥੇ ਗਈ? ਤੂੰ ਤੇ ਮਾਤਾ ਦੇ ਗਰਭ ਵਿੱਚ ਕਹਿੰਦਾ ਸੀ ਮਹਾਰਾਜ ਇੱਕ ਵਾਰੀ ਇੱਥੋਂ ਬਾਹਰ ਕੱਢ ਦਿਓ, मैं ਤੁਹਾਨੂੰ ਭੁੱਲਾਂਗਾ ਨਹੀਂ। ਪਰ ਵਿੱਚੋਂ ਗਰਭੈ ਨਿਕਲ ਆਇਆ ਖਸਮ ਵਸਾਰ, ਦੁਨੀ ਚਿਤ ਲਾਇਆ। ਜੇ ਮਰਨ ਦੀ ਚਿੰਤਾ ਹੁੰਦੀ ਸ਼ਹਾਦਤ ਕਿਸੇ ਨਹੀਂ ਸੀ ਦੇਣੀ। ਗੁਰੂ ਕਲਗੀਧਰ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਵਡਿਆਈ ਦੇ ਵਿੱਚ ਇਹ ਬਚਨ ਉਚਾਰੇ ਨੇ ਕਿ ਠੀਕਰ ਫੋਰ ਦਲੀਸ ਸਿਰ। ਇਹ ਤੇ ਸਰੀਰ ਰੂਪੀ ਭਾਂਡਾ ਸੀ। ਆਨੰਦਪੁਰ ਸਾਹਿਬ ਦੇ ਵਿੱਚ ਵੀ ਇਹਨੇ ਟੁੱਟ ਜਾਣਾ ਸੀ, ਪਰ ਪਿਤਾ ਗੁਰੂ ਜੀ ਨੇ ਕੀ ਕੀਤਾ? ਦਿੱਲੀ ਦੇ ਬਾਦਸ਼ਾਹ ਦੇ ਦਰਵਾਜ਼ੇ ਤੇ ਭਾਂਡਾ ਤੋੜ ਦਿੱਤਾ। ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਕੋਈ ਕਰ ਸਕਦਾ ਹੈ? ਉਹ ਸਰੀਰ ਜਿਹੜਾ ਬਿਨਸਣਾ ਹੀ ਸੀ, ਜਿਹਦੇ ਲਈ ਚਿੰਤਾ ਦੀ ਲੋੜ ਨਹੀਂ। ਗੁਰੂ ਪਿਤਾ ਜੀ ਦਾ ਬਚਨ ਹੀ ਇਹ ਹੈ ਕਿ ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਸ ਰਸਤੇ ਤੇ ਕੌਣ ਸਥਿਰ ਹੈ ਭਾਈ? ਕੋਈ ਹੈ ਜਿਹੜਾ ਸਦਾ ਵਾਸਤੇ ਰਹਿ ਸਕਦਾ ਜਾਂ ਰਿਹਾ ਹੋਵੇ? ਕੋਈ ਬੈਠਾ ਹੈ ਜਾਂ ਕੋਈ ਬੈਠ ਰਿਹਾ ਹੋਵੇ ਜਾਂ ਕੋਈ ਬਹਿ ਸਕਦਾ ਹੋਵੇ? ਨਹੀਂ। ਇਹ ਆਵਣ ਜਾਣ ਇੱਕ ਖੇਲ ਬਣਾਇਆ। ਇਹ ਆਉਣਾ ਤੇ ਜਾਣਾ ਇੱਕ ਰੱਬ ਦੀ ਖੇਡ ਹੈ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਪਹਿਲਾਂ ਸ਼ਹਾਦਤ ਦਿੱਤੀ, ਪਰ ਗੁਰਬਾਣੀ ਦੇ ਵਿੱਚ ਮਲੰਮਾ ਨਹੀਂ ਪੈਣ ਦਿੱਤਾ। ਜਿਹੜੀ ਗੁਰਬਾਣੀ ਦੀ ਸ਼ੁੱਧਤਾ ਸੀ ਔਰ ਜਿਹੜੀ ਗੁਰਬਾਣੀ ਦੀ ਪੱਧਤੀ ਸੀ ਉਹਨੂੰ ਸਲਾਮਤ ਰੱਖਿਆ। ਸਾਡੀ ਤੇ ਕਥਾ ਇੱਥੇ ਹੀ ਮੁੱਕ ਜਾਂਦੀ ਹੈ ਕਿ ਚੰਦੂ ਦੀ ਕੁੜੀ ਦਾ ਰਿਸ਼ਤਾ ਹੋ ਗਿਆ, ਦਿੱਲੀ ਦੀ ਸੰਗਤ ਨੇ ਮਨਾ ਕਰ ਦਿੱਤਾ, ਗੁਰੂ ਨੇ ਉਸ ਨੂੰ ਪ੍ਰਵਾਨ ਕਰ ਲਿਆ ਤੇ ਚੰਦੂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ। ਹੁਣ ਏਡੀ ਵੱਡੀ ਸ਼ਹਾਦਤ ਨੂੰ ਕਿੰਨਾ ਛੋਟਾ ਜਿਹਾ ਸੀ ਪ੍ਰਚਾਰਿਆ। ਅਸਲ ਗੱਲ ਸੀ ਹਰਿਮੰਦਰ ਸਾਹਿਬ ਦੀ ਰਚਨਾ।
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਜਿਸ ਸਤਿਕਾਰ ਨਾਲ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਸੁਖਾਸਨ ਹੁੰਦਾ ਹੈ, ਜਿਸ ਸ਼ਾਨ ਦੇ ਨਾਲ ਸੱਚੇ ਪਾਤਸ਼ਾਹ ਆਪਣੇ ਤਖਤ ਤੇ ਸੁਭਾਏਮਾਨ ਰਹਿੰਦੇ ਨੇ। ਦੁਨੀਆ ਦੇ ਵਿੱਚ ਧਰਮ ਗ੍ਰੰਥ ਤੇ ਬੜੇ ਨੇ। ਮੈਂ ਭਾਈ ਪਿੰਦਰਪਾਲ ਸਿੰਘ ਹੋਰਾਂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਨੇ ਇਹ ਕੇਵਲ ਧਰਮ ਗ੍ਰੰਥ ਨਹੀਂ ਹੈ, ਇਹ ਗੁਰੂ ਗ੍ਰੰਥ ਹੈ। ਧਰਮ ਗ੍ਰੰਥ ਤਾਂ ਦੁਨੀਆ ਵਿੱਚ ਬਹੁਤ ਨੇ, ਪਰ ਕਿਸੇ ਗ੍ਰੰਥ ਨੂੰ ਗੁਰੂ ਦੀ ਪਦਵੀ ਪ੍ਰਾਪਤ ਨਹੀਂ ਹੈ। ਔਰ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਮੰਨਿਆ ਕਿ ਲਿਵਿੰਗ ਗੁਰੂ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਪ੍ਰਾਪਰਟੀ ਦੀ ਰਜਿਸਟਰੀ ਹੋ ਸਕਦੀ ਹੈ। ਮੈਂ ਤਾਂ ਆਪ ਸੰਗਤ ਨੂੰ ਵੀ ਬੇਨਤੀ ਕਰਦਾ ਹੁੰਨਾ ਵੀ ਦਸਵੰਧ ਗੁਰਦੁਆਰਿਆਂ ਨੂੰ ਦਿਓ, ਤੇ ਜੇ ਤੁਸੀਂ ਕਹੋ ਜੀ ਨਹੀਂ ਅਸੀਂ ਤੇ ਆਪਣੇ ਮਹਾਂਪੁਰਖ ਨੂੰ ਦੇਣਾ ਹੈ, ਤੇ ਮਹਾਂਪੁਰਖ ਨੂੰ ਕਹੋ ਫਿਰ ਮੇਰੇ ਜੋ ਰਜਿਸਟਰੀ ਤੁਹਾਨੂੰ ਵਿਖਾ ਦੇਵੇ। ਚਲੋ ਕਸਟੋਡੀਅਨ ਬਣ ਕੇ ਉਹ ਵਰਤ ਲਵੇ ਜਿੰਨਾ ਉਹਨੇ ਸੰਗਤ ਦੇ ਪੈਸੇ ਨੂੰ ਵਰਤਣਾ ਹੈ, ਖਰਚਣਾ ਹੈ, ਕਿਉਂਕਿ ਚੰਗੇ ਮਹਾਂਪੁਰਖਾਂ ਦੀ ਵੀ ਘਾਟ ਕੋਈ ਨਹੀਂ ਹੈ। ਪਰ ਘੱਟੋ ਘੱਟ ਤੁਹਾਡਾ ਦਸਵੰਧ ਤੇ ਸਾਂਭਿਆ ਰਹੇਗਾ। ਅਗਰ ਇਹ ਨਿੱਜੀ ਨਾਵਾਂ ਦੇ ਉੱਤੇ ਇਹ ਧਨ ਸੰਪਤੀਆਂ ਪ੍ਰਾਪਰਟੀਆਂ ਬਣੀਆਂ ਤੇ ਚੇਤਾ ਰੱਖਣਾ, ਇਹ ਸਿੱਖੀ ਵਾਸਤੇ ਸੂਲ ਬਣਨਗੇ। ਕੀ ਪਤਾ ਕਦੋਂ ਕਿੱਥੇ ਕੋਈ ਮਹੰਤ ਨਰੈਣੂ ਦੀ ਰੂਹ ਆ ਜਾਏ, ਤੇ ਕੀ ਹਰ ਵਾਰੀ 150-200 ਸਿੰਘ ਆਪਣੀ ਸ਼ਹਾਦਤ ਦਊਗਾ ਤੇ ਫਿਰ ਉਹ ਅਸਥਾਨ ਸੰਗਤ ਦੀ ਸੇਵਾ ਦੇ ਵਿੱਚ ਆਉਣਗੇ। ਇਹੋ ਜਿਹੀਆਂ ਹੱਥਾਂ ਨਾਲ ਗੰਢਾਂ ਨਾ ਦਿਓ ਜਿਹੜੀਆਂ ਕੱਲ ਨੂੰ ਮੂੰਹ ਨਾਲ ਵੀ ਨਾ ਖੁੱਲਣ। ਇਸ ਗੱਲ ਦੀ ਸਾਨੂੰ ਇੱਕ ਲਹਿਰ ਚਲਾਉਣੀ ਚਾਹੀਦੀ ਹੈ। ਮੈਂ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਹਰ ਸੋ ਕਾਲਡ ਮਹਾਂਪੁਰਖ ਨੂੰ ਕਹੋ ਕਿ ਉਹ ਆਪਣੇ ਅਸਥਾਨ ਦੇ ਪੇਪਰ ਲਿਆ ਕੇ ਵਿਖਾਵੇ ਕਿ ਕੀ ਇਹ ਅਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਇਹਦੀ ਰਜਿਸਟਰੀ ਹੈ। ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ, ਜੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਕੋਈ ਪਿਰਥੀ ਚੰਦ ਵਰਗਾ ਪੈਦਾ ਹੋ ਸਕਦਾ ਹੈ, ਆਪਾਂ ਕਿੱਥੇ ਆ? ਜੇ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਕੋਈ ਰਾਮ ਰਾਏ ਪੈਦਾ ਹੋ ਸਕਦਾ ਹੈ, ਜੇ ਗੁਰੂ ਕੁੱਲ ਵਿੱਚ ਧੀਰ ਮਲੀਏ ਵਰਗੇ ਪੈਦਾ ਹੋ ਸਕਦੇ ਨੇ, ਧੀਰ ਮੱਲ ਵਰਗੇ, ਤੇ ਅੱਜ ਦਾ ਕੋਈ ਮਹਾਂਪੁਰਖ ਛਾਤੀ ਤੇ ਹੱਥ ਰੱਖ ਕੇ ਨਹੀਂ ਕਹਿ ਸਕਦਾ ਕਿ ਮੇਰੇ ਤੋਂ ਬਾਅਦ ਮੇਰੇ ਤੋਂ ਉੱਚਾ ਕੋਈ ਮਹਾਂਪੁਰਖ ਇੱਥੇ ਆ ਕੇ ਸੇਵਾ ਨਿਭਾਏਗਾ। ਜਿਹੜੇ ਅੱਛੇ ਮਹਾਂਪੁਰਖ ਨੇ ਉਹਨਾਂ ਨੂੰ ਨਮਸਕਾਰ ਹੈ। ਅਸੀਂ ਬਾਬਾ ਹਰਬੰਸ ਸਿੰਘ ਵਰਗੇ ਪੰਥ ਰਤਨ ਗੁਰੂ ਘਰ ਦੇ ਸੇਵਾਦਾਰ ਵੇਖੇ ਨੇ। ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵਰਗੇ ਮਹਾਂਪੁਰਖ ਵੇਖੇ ਨੇ। ਕੋਈ ਜਾਇਦਾਦ ਕੋਈ ਪ੍ਰਾਪਰਟੀ ਮਿਲੀ ਤੁਹਾਨੂੰ ਉਹਨਾਂ ਦੇ ਨਾਂ ਤੇ? ਕੋਈ ਬਾਬਾ ਹਰਬੰਸ ਸਿੰਘ ਦਾ ਕੀਮਤੀ ਪਲੰਘ ਹੀ ਮੈਨੂੰ ਵਿਖਾ ਦਿਓ ਕਿ ਆ ਜੀ 2 ਲੱਖ ਦੇ ਪਲੰਘ ਤੇ ਉਹ ਸੌਂਦੇ ਹੁੰਦੇ ਸੀ। ਕੋਈ ਬ੍ਰਾਂਡਡ ਕੋਈ ਸ਼ੂਜ਼ ਵਿਖਾ ਦਿਓ, ਉਹ ਪਿੰਡਾਂ ਵਾਲੀ ਧੌੜੀ ਦੀ ਜੁੱਤੀ ਪਾ ਕੇ ਸਾਰੀ ਉਮਰ ਕੱਟ ਦਿੱਤੀ ਉਹਨਾਂ ਨੇ। ਕੋਈ 50,000 ਦੀ ਖੁੰਡੀ ਵਿਖਾ ਦਿਓ, ਆਮ ਸਧਾਰਨ ਖੁੰਡਾ ਲੈ ਕੇ ਉਹਨਾਂ ਨੇ ਸਾਰਾ ਜੀਵਨ ਆਪਣਾ ਬਤੀਤ ਕਰ ਦਿੱਤਾ। ਸੰਤਾਂ ਦੀ, ਬ੍ਰਹਮ ਗਿਆਨੀਆਂ ਦੀ, ਸਾਧੂਆਂ ਦੀ ਉਸਤਤ ਵਿੱਚ ਗੁਰੂ ਅਰਜਨ ਸਾਹਿਬ ਨੇ ਅਸ਼ਟਪਦੀਆਂ ਉਚਾਰੀਆਂ ਨੇ। ਪਰ ਇਹ ਕੋਈ ਗਰੰਟੀ ਨਹੀਂ ਕਿ ਇੱਕ ਤੋਂ ਬਾਅਦ ਦੂਜਾ ਸਾਧੂ ਜਿਹੜਾ ਓਡਾ ਹੀ ਵੱਡਾ ਮਹਾਂਪੁਰਖ ਹੋਏਗਾ। ਇਹਦੀ ਕੋਈ ਗਰੰਟੀ ਨਹੀਂ ਹੈ, ਕਿਉਂਕਿ ਕਈ ਵਾਰੀ ਐਜੂਕੇਸ਼ਨ ਬੜੀ ਅਜੀਬ ਹੁੰਦੀ ਹੈ।
ਇਹ ਜੀ ਜਿਹੜੇ ਬਾਬਾ ਜੀ ਦੀ ਹੁਣ ਗੱਦੀ ਤੇ ਬਹਿਣਗੇ, ਕਹਿੰਦੇ ਜੀ ਬਾਬਾ ਜੀ ਦੀ ਗੱਡੀ ਚਲਾਉਂਦੇ ਹੁੰਦੇ ਸੀ। ਕੋਈ ਕਹਿੰਦੇ ਜੀ ਇਹ ਬਾਬਾ ਜੀ ਦੇ ਭਾਂਡੇ ਧੋਂਦੇ ਹੁੰਦੇ ਸੀਗੇ। ਬਾਬਾ ਜੀ ਭਗਤੀ ਕਰਕੇ ਬਾਬਾ ਜੀ ਬਣੇ ਨੇ, ਡਰਾਈਵਰੀ ਕਰਕੇ ਬਾਬਾ ਜੀ ਨਹੀਂ ਸੀ ਬਣੇ। ਡਾਕਟਰ ਦਾ ਪੁੱਤਰ ਡਾਕਟਰ ਬਣ ਸਕਦਾ ਹੈ, ਪਰ ਉਨੀ ਪੜ੍ਹਾਈ ਕਰਕੇ ਬਣ ਸਕਦਾ ਹੈ। ਆਪਣੇ ਪਿਤਾ ਦੀਆਂ ਪਰਚੀਆਂ ਪੜ੍ਹ ਕੇ ਦਵਾਈ ਲਿਫਾਫਿਆਂ ਵਿੱਚ ਪਾ ਕੇ ਕਿਸੇ ਡਾਕਟਰ ਦਾ ਬੱਚਾ ਡਾਕਟਰ ਨਹੀਂ ਹੋ ਸਕਦਾ। ਜਿੰਨੀ ਭਗਤੀ ਵੱਡੇ ਮਹਾਂਪੁਰਖਾਂ ਦੀ ਹੈ ਉਨੀ ਦੂਜੇ ਦੀ ਹੋਏਗੀ ਤੇ ਗੱਲ ਬਣੇਗੀ। ਸਤਿਗੁਰੂ ਨੇ ਸਾਨੂੰ ਸਿਧਾਂਤ ਇਹ ਦਿੱਤਾ ਹੈ ਕਿ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਸ ਰਸਤੇ ਤੇ ਕੋਈ ਸਦਾ ਰਹਿਣ ਵਾਲਾ ਨਹੀਂ ਹੈ। ਹਾਂ, ਚੇਤੇ ਜ਼ਰੂਰ ਕਰਨਾ ਹੈ, ਜਿਸ ਪਰਮਾਤਮਾ ਨਾਲ ਵਾਅਦੇ ਕਰਕੇ ਅਸੀਂ ਆਏ ਆ ਕਿ ਤੇਰੀ ਭਗਤੀ ਕਰਾਂਗੇ, ਤੈਨੂੰ ਯਾਦ ਰੱਖਾਂਗੇ, ਤੇਰੀ ਸੇਵਾ ਕਰਾਂਗੇ। ਥੋੜੇ ਜਿਹੇ ਦਿਨ ਪਹਿਲਾਂ ਹਰ ਵਿਅਕਤੀ ਕਹਿੰਦਾ ਸੀ ਮੈਂ ਸੇਵਾ ਕਰਾਂਗਾ, ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ, ਅਜੇ ਤੋਂ ਪੋਸਟਰ ਵੀ ਕੰਧਾਂ ਤੋਂ ਪਾਟੇ ਨਹੀਂ ਹੈ। ਫਿਰ ਅੱਜ ਜ਼ਿੰਮੇਵਾਰੀ ਲੈ ਲਓ ਆਪਣੀ ਹਰ ਗਲੀ ਦੀ, ਆਪਣੀ ਕਲੋਨੀ ਦੀ, ਆਪਣੇ ਮੁਹੱਲੇ ਦੀ। ਲੰਗਰ ਬੰਗਲਾ ਸਾਹਿਬ ਦੇ ਵਿੱਚ ਪੱਕੇਗਾ। ਲੱਖਾਂ ਨੂੰ ਕਹੋਗੇ ਤਾਂ ਵੀ ਪੱਕੇਗਾ, ਕਰੋੜਾਂ ਲਈ ਕਹੋਗੇ ਤਾਂ ਵੀ ਪੱਕੇਗਾ। ਅੱਜ ਸਭ ਤੋਂ ਵੱਡੀ ਲੋੜ ਹੈ ਉਹਨਾਂ ਘਰਾਂ ਦੇ ਵਿੱਚ ਪਹੁੰਚਾਉਣ ਦੀ। ਔਰ ਦੁਨੀਆ ਨੂੰ ਆਵਾਜ਼ ਦੇ ਦਈਏ ਕਿ ਦਿੱਲੀ ਵਿੱਚ ਕੋਈ ਭੁੱਖਾ ਨਹੀਂ ਰਹੇਗਾ। ਮੈਂ ਫਿਰ ਬੇਨਤੀ ਕਰਾਂ, ਜਿਹੜਾ ਵਿਅਕਤੀ ਮਾਇਆ ਦੇ ਸਕਦਾ ਹੈ ਉਹਨੂੰ ਮਾਇਆ ਦੇਣੀ ਚਾਹੀਦੀ ਹੈ। ਜਿਹੜਾ ਰਸਦ ਦੇ ਸਕਦਾ ਹੈ, ਆਟਾ, ਚਾਵਲ, ਦਾਲ, ਸਬਜ਼ੀਆਂ, ਉਹ ਸਮਾਨ ਦੇਣਾ ਚਾਹੀਦਾ ਹੈ। ਜਿਹੜਾ ਵਿਅਕਤੀ ਇਹ ਕਹਿੰਦਾ ਕਿ ਨਹੀਂ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ, ਮੈਂ ਹੱਥੀਂ ਸੇਵਾ ਕਰ ਸਕਦਾ, ਉਹਨੂੰ ਵੀ ਪਹੁੰਚ ਕਰਨੀ ਚਾਹੀਦੀ ਹੈ। ਇਹ ਰੱਬ ਨੇ ਇਮਤਿਹਾਨ ਪਾਇਆ ਹੈ। ਇਹ ਬਿਮਾਰੀ ਸਾਡੇ ਤੁਹਾਡੇ ਕਰਕੇ ਨਹੀਂ ਹੋਈ, ਇਹ ਕੋਈ ਵਕਤ ਦੀ ਕਰੋਪੀ ਹੈ। ਤੇ ਜੇ ਮਨੁੱਖਾਂ ਦਾ ਦੋਸ਼ ਹੈ ਤੇ ਉਹਦੇ ਵਿੱਚ ਫਿਰ ਅਸੀਂ ਸਾਰੇ ਹੀ ਸ਼ਾਮਲ ਹਾਂ। ਜਿਹੜਾ ਬਿਮਾਰ ਹੈ ਉਹ ਵੀ ਸ਼ਾਮਲ ਹੈ, ਜਿਹੜਾ ਅਸੀਂ ਤੰਦਰੁਸਤ ਹਾਂ ਅਸੀਂ ਵੀ ਸ਼ਾਮਲ ਹਾਂ। ਕਿ ਜੇ ਅਸੀਂ ਆਪ ਰੁਕੇ ਹੁੰਦੇ, ਆਪਣਿਆਂ ਨੂੰ ਰੋਕਿਆ ਹੁੰਦਾ, ਸ਼ਾਇਦ ਇਹ ਸਮਾਂ ਨਾ ਆਉਂਦਾ। ਤੁਸੀਂ ਯਕੀਨ ਕਰੋ ਕਿ ਹੁਣ ਜਿਹੜਾ ਫੋਨ ਵੀ ਆਉਂਦਾ ਹੈ ਉਹ ਸੁੱਖ ਸ਼ਾਂਤੀ ਦਾ ਨਹੀਂ ਆਉਂਦਾ। ਸਵੇਰੇ ਸਵੇਰੇ ਮੈਨੂੰ ਫੋਨ ਆਇਆ, ਕਹਿੰਦੇ ਜੀ ਕੋਈ ਡੈੱਡ ਬੋਡੀ ਚੁੱਕਣ ਲਈ ਗੱਡੀ ਕੋਈ ਨਹੀਂ ਹੈ, ਸਾਨੂੰ ਐਂਬੂਲੈਂਸ ਦਾ ਪ੍ਰਬੰਧ ਕਰਾ ਕੇ ਦਿਓ। ਸ਼ਮਸ਼ਾਨ ਭੂਮੀ ਵਿੱਚ ਟਾਈਮ ਮਿਲ ਗਿਆ 9 ਵਜੇ ਦਾ, ਪਰ ਸ਼ਮਸ਼ਾਨ ਭੂਮੀ ਤੱਕ ਜਾਣ ਦੀ ਗੱਡੀ ਕੋਈ ਨਹੀਂ ਹੈ। ਸੋਚੋ ਨਹੀਂ, ਬਲੰਬ ਪਾਪੰ ਨੈ ਬਲੰਬ ਧਰਮੰ। ਇਹ ਬਿਮਾਰੀ ਨੇ 5 ਸਾਲ ਨਹੀਂ ਜੇ ਚੱਲਣਾ। ਹੋ ਸਕਦਾ ਰੱਬ ਦਾ ਇਮਤਿਹਾਨ ਹੋਵੇ ਆਪਣੇ ਬੰਦਿਆਂ ਨੂੰ ਪਰਖਣ ਵਾਸਤੇ ਕਿ 5 ਦਿਨ ਪਹਿਲਾਂ ਦੇ ਕਹਿੰਦੇ ਸੀ ਅਸੀਂ ਸੇਵਾ ਕਰਾਂਗੇ, ਵੇਖਦੇ ਆ ਕਰਦੇ ਕਿ ਨਹੀਂ ਕਰਦੇ। ਬਸ ਇੱਕੋ ਹੀ ਗੱਲ ਮਨ ਵਿੱਚ ਲੈ ਕੇ ਆਓ ਕਿ ਮੈਂ ਸੇਵਾ ਤੁਹਾਡੇ ਨਾਲੋਂ ਬਹੁਤੀ ਕਰਨੀ ਹੈ, ਤੇ ਤੁਸੀਂ ਕਹੋ ਜੀ ਨਹੀਂ ਅਸੀਂ ਤੁਹਾਡੇ ਨਾਲੋਂ ਬਹੁਤੀ ਕਰਨੀ ਹੈ। ਮੈਂ ਤੁਹਾਡੇ ਨਾਲੋਂ ਬਹੁਤੀ ਕਰਾਂ, ਤੁਸੀਂ ਮੇਰੇ ਨਾਲੋਂ ਬਹੁਤੀ ਕਰੋ। ਰਸਤਾਂ ਬਸਤਾਂ ਦਾ ਫਿਕਰ ਨਹੀਂ ਕਰਨਾ। ਉਹ ਭਾਗਾਂ ਵਾਲੇ ਹੋਣਗੇ ਜਿਹੜੇ ਇਹਦੇ ਵਿੱਚ ਆਪਣਾ ਹਿੱਸਾ ਪਾਉਣਗੇ, ਨਹੀਂ ਤੇ ਕਦੇ ਗੁਰੂ ਕੇ ਲੰਗਰਾਂ ਵਿੱਚ ਵੀ ਕੋਈ ਤੋਟਾ ਆਈ ਹੈ। ਕੋਈ ਕਹਿ ਰਿਹਾ ਸੀ ਮੈਨੂੰ ਸੱਜਣ, ਕਹਿੰਦਾ ਜੀ ਇਹ ਤੇ ਮੰਗਦਾ ਹੀ ਰਹਿੰਦਾ ਹੈ। ਤੇ ਮੈਂ ਸਭ ਨੂੰ ਇੱਕੋ ਗੱਲ ਪੁੱਛਦਾ ਵੀ ਜੇ ਕਾਰ ਸੇਵਾ ਵਾਲੇ ਬਾਬੇ ਮੰਗਣ ਤੇ ਮਹਾਂਪੁਰਖ, ਤੇ ਜੇ ਬੰਗਲਾ ਸਾਹਿਬ ਦਾ ਗ੍ਰੰਥੀ ਮੰਗੇ ਤੇ ਉਹ ਮੰਗਤਾ। ਨਮਸਕਾਰ ਹੈ ਤੁਹਾਡੀ ਕਸਵੱਟੀ ਨੂੰ ਭਾਈ। ਕੈਸੀ ਕਸਵੱਟੀ ਲੈ ਕੇ ਬੈਠੇ ਹੋ ਤੁਸੀਂ? ਗੁਰੂ ਕੇ ਵਜ਼ੀਰ ਨੂੰ ਮੰਗਤਾ ਕਹੋ
ਤੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਮਹਾਂਪੁਰਖ ਕਹੋ, ਉਹ ਵੀ ਮੰਗਦੇ ਨੇ। ਉਹ ਕੀ ਕਰਦੇ ਨੇ? ਉਹ ਕਿਹੜੇ ਆਪਣਾ ਝੋਨਾ ਵੇਚ ਕੇ ਲਿਆ ਕੇ ਸੇਵਾ ਕਰਦੇ ਨੇ? ਉਹ ਵੀ ਸੰਗਤ ਨੂੰ ਬੇਨਤੀ ਕਰਦੇ ਨੇ। ਮੈਂ ਵੀ ਸੰਗਤ ਨੂੰ ਬੇਨਤੀ ਕਰਦਾ, ਮੇਰੇ ਧੰਨ ਭਾਗ ਨੇ ਕਿ ਮੈਨੂੰ ਗੁਰੂ ਨੇ ਸੇਵਾ ਵਾਸਤੇ ਮੰਗਣ ਦੀ ਡਿਊਟੀ ਲਾਈ ਹੈ। ਅੱਜ ਵੀ ਮੇਰੇ ਨਾਂ ਤੇ 25,000 ਦਾ ਚੈੱਕ ਆਇਆ ਹੈ। ਮੈਂ ਇੱਥੋਂ ਉੱਠਾਂਗਾ ਤੇ ਉਹਨਾਂ ਨੂੰ ਫੋਨ ਕਰਾਂਗਾ ਕਿ ਚੈੱਕ ਮੇਰੇ ਨਾਂ ਤੇ ਨਹੀਂ ਚਾਹੀਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਚਾਹੀਦਾ। ਰੋਜ਼ ਟੈਲੀਫੋਨ ਆਉਂਦੇ ਨੇ, ਪੇਟੀਐਮ ਨੰਬਰ ਦੇ ਦਿਓ ਗਿਆਨੀ ਜੀ। ਮੈਂ ਕਿਹਾ ਮੇਰਾ ਨਹੀਂ, ਬੰਗਲਾ ਸਾਹਿਬ ਦਾ। ਕੋਈ ਬਾਹਰੋਂ ਪੈਸੇ ਭੇਜੇ, ਮੈਂ ਬੈਂਕ ਤੋਂ ਲੈਣ ਨਹੀਂ ਜਾਂਦਾ, ਵੈਸਟਰਨ ਯੂਨੀਅਨ ਤੋਂ ਮੈਂ ਨਹੀਂ ਲੈਣ ਜਾਂਦਾ, ਕਿਉਂਕਿ ਮੈਨੂੰ ਪਤਾ ਹੈ ਇਹ ਸੇਵਾ ਗੁਰੂ ਦੀ ਸੇਵਾ ਵਾਸਤੇ ਆਉਂਦੀ ਹੈ, ਮੇਰੇ ਨਿੱਜ ਵਾਸਤੇ ਨਹੀਂ ਆਉਂਦੀ। ਆਓ ਆਪਾਂ ਸਾਰੇ ਇੱਕ ਚੇਨ ਬਣਾਈਏ, ਛੱਡ ਦਿਓ ਦੂਰੀਆਂ, ਆਪਣੇ ਪੁਰਖਿਆਂ ਤੋਂ ਸਿੱਖ ਲਈਏ। 12 ਮਿਸਲਾਂ ਸੀ, 60 ਜਥੇ ਸੀ, ਆਪਸ ਵਿੱਚ ਲੜ ਪੈਂਦੇ ਸੀ, ਪਰ ਜਦੋਂ ਆਪਦਾ ਆਉਂਦੀ ਸੀ, ਜਦੋਂ ਮੁਸੀਬਤ ਆਉਂਦੀ ਸੀ, ਸਾਰੇ ਜਥੇ ਇਕੱਠੇ ਹੋ ਜਾਂਦੇ ਸੀ। ਆਓ ਦੁਨੀਆ ਨੂੰ ਦੱਸੀਏ ਸਿੱਖਾਂ ਦੀ ਸ਼ਕਤੀ ਕੀ ਹੈ, ਸਿੱਖਾਂ ਦੀ ਸੇਵਾ ਕੀ ਹੈ। ਅੱਜ ਵਕਤ ਹੈ ਦੁਨੀਆ ਨੂੰ ਦੱਸਣ ਦਾ ਕਿ ਦਿੱਲੀ ਵਿੱਚ ਧਰਮ ਸਥਾਨ ਬਹੁਤ ਨੇ, ਪਰ ਗੁਰਦੁਆਰਿਆਂ ਦੀ ਵਡਿਆਈ ਇਹ ਹੈ ਕਿ ਹਮੇਸ਼ਾ ਇਹਨਾਂ ਦੇ ਬੂਹੇ ਮਨੁੱਖਤਾ ਦੀ ਸੇਵਾ ਵਾਸਤੇ ਖੁੱਲੇ ਰਹਿੰਦੇ ਨੇ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਮੋਤੀ ਨਗਰ ਤੋਂ ਮੈਨੂੰ ਫੋਨ ਆਉਂਦਾ ਹੈ, ਗਿਆਨੀ ਜੀ ਅਕਾਊਂਟ ਦਿਓ, ਬੰਬੇ ਤੋਂ ਕੋਈ ਮੁਸਲਮਾਨ ਵੀਰ ਮੰਗ ਰਿਹਾ ਹੈ, ਉਹ ਕਹਿੰਦਾ ਮੈਂ ਸੇਵਾ ਭੇਜਣੀ ਹੈ। ਹਰ ਬੰਦਾ ਪੈਸੇ ਕਮਾਉਂਦਾ ਜੇ, ਹਰ ਧਰਮੀ ਬੰਦਾ ਚਾਹੁੰਦਾ ਹੈ ਮੇਰੀ ਕਿਰਤ ਸਫਲੀ ਹੋਵੇ। ਇਸ ਕਰਕੇ ਉਹ ਠੀਕ ਜਿਵੇਂ ਪੈਸੇ ਜਮ੍ਹਾਂ ਕਰਾਉਣ ਲਈ ਆਪਾਂ ਬੈਂਕ ਵਧੀਆ ਲੱਭਦੇ ਹਾਂ ਨਾ, ਕਿ ਮੇਰੇ ਪੈਸੇ ਡੁੱਬ ਨਾ ਜਾਣ, ਇਸੇ ਤਰ੍ਹਾਂ ਜਿਹੜੇ ਧਰਮੀ ਲੋਕ ਆਪਣਾ ਦਸਵੰਧ ਕੱਢਦੇ ਨੇ, ਉਹ ਵੀ ਚਾਹੁੰਦੇ ਨੇ ਕਿ ਅਸੀਂ ਸੇਵਾ ਉੱਥੇ ਭੇਜੀਏ ਜਿੱਥੇ ਸਾਰਥਕ ਹੋਵੇ। ਲੋਕਾਂ ਨੂੰ ਬਲਾਈਂਡ ਫੇਥ ਹੈ ਗੁਰਦੁਆਰੇ ਤੇ ਕਿ ਉੱਥੇ ਪੈਸੇ ਭੇਜਾਂਗੇ ਤੇ ਉਹ ਪੈਸਾ ਸੰਗਤ ਦੀ ਸੇਵਾ ਵਿੱਚ ਲਾਇਆ ਜਾਏਗਾ। ਇੱਥੇ ਇੱਕ ਹਿੰਦੂ ਵੀਰ ਆਉਂਦਾ ਹੈ ਬੜੇ ਚਿਰ ਤੋਂ, ਉਦੋਂ ਬੰਗਲਾ ਸਾਹਿਬ ਏਸੀ ਵੀ ਨਹੀਂ ਸੀ ਹੋਇਆ, ਕਦੇ 4 ਲੱਖ, ਕਦੇ 5 ਲੱਖ, ਕਦੇ 10 ਲੱਖ, ਕਦੇ 14 ਲੱਖ, 14 ਤੱਕ ਅਮਾਊਂਟ ਉਹਦਾ ਮੈਂ ਗਿਣਿਆ। ਮੈਂ ਉਹਨੂੰ ਇੱਕ ਦਿਨ ਬਿਠਾ ਲਿਆ, ਮੈਂ ਕਿਹਾ ਬਈ ਤੂੰ ਇਸ ਤਰ੍ਹਾਂ ਬਲਾਈਂਡ ਪੈਸੇ ਦੇ ਕੇ ਜਾਣਾ ਹੈ, ਤਾਂ ਅਸੀਂ ਚਾਹੁੰਦੇ ਹਾਂ ਬੰਗਲਾ ਸਾਹਿਬ ਦੇ ਵਿੱਚ ਏਸੀ ਲੱਗਣ। ਉਦੋਂ ਸੀ ਮੈਨੂੰ ਵੀ ਟਾਵਰ ਏਸੀ ਲਾ ਲੈਂਦੇ ਅਸੀਂ, ਉਹ 4 ਲੱਖ ਦਾ ਇੱਕ ਆਉਂਦਾ ਹੈ, ਤੇ ਚਲੋ ਜੇ 2 ਵਾਰੀ ਵੀ ਦੇਣਗੇ ਤੇ 8-7 ਏਸੀ ਲੱਗ ਜਾਣਗੇ ਅੰਦਰ ਗੁਰਦੁਆਰੇ ਦੇ। ਸੈਂਟਰਲ ਏਸੀ ਲਈ ਤੇ ਕਰੋੜਾ ਚਾਹੀਦਾ ਸੀ। ਤੁਸੀਂ ਯਕੀਨ ਕਰਨਾ, ਉਹ ਬੰਦਾ ਕਹਿੰਦਾ ਜੀ ਮੈਂ ਤਾਂ ਨੌਕਰ ਹੂँ। मैं कहाँ से आता है? कहता जी पता नहीं। मैं कौन भेजता है तेरे को? कहता जी पता नहीं। मैं कह जी पैसे हम एसी के लिए लगा लें? कहता जी बिल्कुल नहीं। कहता मेरे बाबूजी कहते कि जहां गरीबों को लंगर मिलता है ये पैसे वहां देने हैं। इन्ना फेथ है लोगों को। आओ आप सारे यतन करिए। दिल्ली सिख गुरुद्वारा प्रबंधक कमेटी ने हैल्पलाइन नंबर दिते ने। कोई भी कोरोना पीड़ित भुख नाल नहीं मरना चाहिए। बीमारी है कुदरत का एक कोई कहर है। ये साडा शायद दोष घट होवे, जां हो सकता असी भी दोषी होइए कि असी नहीं अपने आप को रोकिया। फिर वही विआह शादियां, फिर वही खलारे, वही अडंबर, वही भीड़ असी फिर बाहर खलारनी शुरू कर दी।
नहीं संयम किया, नहीं अपने आप को संभालिया। बड़ी छोटे पद्धर ते लिस्ट बन सकती है। तुहानूं बड़ी छेती पता लग सकता है तुहाडे आंढ गुआंढ ऑक्सीजन सिलेंडर किनू चाहिए, मैडिसन किनू चाहिए है। मेरे को लै लो, जेडे डिस्ट्रीब्यूटर ने पूरी लिस्ट है मेरे को, क्योंकि अज बड़ियां सारियां दवाइयां इंजैक्शन गौरमेंट ने बैन कर दिते ने कि किसी मैडिकल स्टोर ते नहीं जाणगे। वो डिस्ट्रीब्यूटर सीधा उस हॉस्पिटल देगा जिथे पेशेंट है। आप उन्हां दी फेवर कर सकते हैं। लोगों को नहीं पता कित्थों सानू की मदद हो सकती है। सानू खुद जाके कहना चाहिए। कलोनियां ने, सोसाइटियां ने, उन्हां दियां इंटरनल कमेटियां बनियां ने, उन्होंने कहना चाहिए भी तुहाडी सोसाइटी किसी को लोड़ होवे, आ मेरा नंबर है जी, सानू पहुँच करियो जी। अज वक्त है, बड़े थोड़े समय तुसी दिल्ली के लोगों को दस सकते हो सिख कौन ने। सिख वो मसीहे ने जिहड़े गरीबां की बांह फड़ते हैं, जिहड़े बीमारां की बांह फड़ते हैं, जिहड़े दुखियां दे नाल खलोंदे ने। ये रब दे घल्ले हुए फरिश्ते ने। गुरु ने सिख नूं बनाया ही इसे काम लई है। 18वीं सदी विच जदों कोई पुछदा सी ना कि जी तुहाडे बच्चे किन्ने ने, अगों जवाब ये मिलता सी भी बच्चे तो 5 सी पर एक सिख बन गया है। वो कहते जी ਉਹਦਾ की मतलब, कहते ਉਹਦਾ की पता उन्हें कदों मर जाना है, की पता है, क्योंकि ਉਹਦੇ सिर ते नाम हुंदा सी। पर हर सिख दी होंद किवें सी, असी मर जाते सी, शहीद हो जाते सी, थोड़े दिनों बाद फिर लखां हो जाते सी, किवें हुंदे सी। असी उगदे नहीं सी, जमदे सी। हिंदू परिवारां दे विच इच्छा सी कि साडे घर दा पहला बच्चा सिख होना चाहिए। अज ये जाग दोबारा लग सकती है। लख सरकारां नफरत फैलाउण कि सिख अतवादी ने जी, वखवादी ने जी। जदों तुसीं उन्हां दे बूहे ते रोटी दा टिफन लैके जाओगे ना, वही कहणगे कि जनाब ऐसा मत प्रचार करो टीवी ते, ये अतवादी नहीं हैगे, ये वखवादी नहीं हैगे, ये ते धर्मवादी ने, ये ते प्यारवादी ने, ये ते सेवावादी ने, ये वखवादी नहीं हैगे। गुरु नौवें पिता जी ने समझाया भी किस गल की चिंता है, मरना तो सब ने है। अज भी कुछ लोग ऐसे ने कि सानू पता है भी असी इस बीमारी चों निकल पावांगे, तो चेता रखना जो कुछ असी संभाल के बैठे हैं ये किसी काम नहीं आएगा। जे हो सकता है तो ये विचों कुछ हिस्सा किसी गरीब दे दुख विच पा दिओ। तो मैं हमेशा बेनती करदा कि एक अरदास करो कि महाराज सरबत दा भला करी, तो सरबत दे पैरां पिछे मेरा भी करी, अपनी सुख मंगो। आओ आप एक चेन बना के तुरीए। गुरु नौवें पिता महाराज समझाते ने, बसंत महला 9वां, मन कहाँ बिसारियो राम नाम। ए मन, तू परमात्मा के नाम नू क्यों भुल गया है? कि तेनों पता है कि तन बिनसै जम स्यों परे काम। जदों ये शरीर बिरस जाएगा तो पता है तेरा वाह किहदे नाल पैना है। जदों कोई वड्डा बंदा चला जाए, कोई तुहाडा कोई गॉड फादर चला जाए, तो फिर बड़े सारे लोग
ਤੁਹਾਡੇ ਮਾਸ ਨੂੰ ਨੋਚਣ ਵਾਸਤੇ ਆ ਜਾਂਦੇ ਨੇ, ਤੁਹਾਨੂੰ ਦੁੱਖ ਦੇਣ ਵਾਸਤੇ ਖੜੇ ਹੋ ਜਾਂਦੇ ਨੇ। ਸਤਿਗੁਰੂ ਪਿਤਾ ਮਹਾਰਾਜ ਨੇ ਇਸੇ ਕਰਕੇ ਸਾਨੂੰ ਸਮਝਾਇਆ ਹੈ ਕਿ ਭਾਈ ਆਪਣੇ ਆਪ ਨੂੰ ਸੰਭਾਲੋ, ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰੋ ਕਿ ਇਹ ਪ੍ਰਾਣੀ ਤੂੰ ਕੀ ਕੀਤਾ ਹੈ, ਕਿ ਕਹਾਂ ਭੂਲਿਓ ਰੇ ਝੂਠੇ ਲੋਭ ਲਾਗ। ਇੱਕ ਛੋਟਾ ਜਿਹਾ ਲਾਲਚ ਲੈ ਕੇ ਆਪਾਂ ਰੱਬ ਨੂੰ ਭੁੱਲ ਗਏ। ਖਾਵਾਂਗੇ ਜੀ, ਪੀਵਾਂਗੇ ਜੀ, ਮौज ਮਸਤੀ ਕਰਾਂਗੇ ਜੀ। ਤੁਹਾਨੂੰ ਪਤਾ ਇਸ ਦੀ ਉਮਰ ਕਿੰਨੀ ਹੈ? ਇਹਦੀ ਉਮਰ ਵੀ 25-30 ਸਾਲ ਤੋਂ ਵੱਧ ਕੁਛ ਨਹੀਂ ਹੈ। ਉਹ ਵੀ ਜੇ ਤੰਦਰੁਸਤੀ ਰਵੇ ਤਾਂ। ਤੁਸੀਂ ਵੱਡੇ ਵੱਡੇ ਰਾਜਿਆਂ ਦਾ ਸਮਾਂ ਵੇਖ ਲਓ, 40-50 ਸਾਲ ਤੋਂ ਵੱਧ ਕੋਈ ਸਲਤਨਤ ਨਹੀਂ ਕਰ ਪਾਇਆ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਕਹਾਂ ਭੂਲਿਓ ਰੇ ਝੂਠੇ ਲੋਭ ਲਾਗ, ਕਛ ਬਿਗੜਿਓ ਨਾਹਨ ਅਜੋ ਜਾਗ। ਜੇ ਜਰਾ ਰੋਗ ਨਹੀਂ ਆਇਆ, ਜੇ ਕਾਲ ਗ੍ਰਸੀ ਨਹੀਂ ਕਾਇਆ, ਜੇ ਬਿਕਲ ਭਈ ਨਹੀਂ ਬਾਨੀ, ਤਾਂ ਭਜ ਲੈ ਰੇ ਮਨ ਸਾਰੰਗ ਪਾਣੀ। ਇਹ ਹੁਕਮ ਹੈ ਗੁਰੂ ਦਾ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਣੀ। ਅਜੇ ਵੀ ਮੌਕਾ ਹੈ। ਤੁਸੀਂ ਕਹੋਗੇ ਜੀ ਸਿਮਰਨ ਭਗਤੀ ਤੇ ਦੂਜੇ ਧਰਮਾਂ ਵਿੱਚ ਵੀ ਹੈ। ਸਾਡੇ ਧਰਮ 'ਚ ਇਕੱਲੀ ਭਗਤੀ ਨਹੀਂ ਹੈ। ਭਗਤੀ ਸਾਡੇ ਧਰਮ ਦੇ ਵਿੱਚ ਕੇਵਲ ਥਿਊਰੀ ਹੈ। ਭਗਤੀ ਦਾ ਜਿਹੜਾ ਪ੍ਰੈਕਟੀਕਲ ਹੈ ਉਹ ਸੇਵਾ ਹੈ। ਅਗਰ ਤੁਸੀਂ ਸੇਵਾ ਨਹੀਂ ਕਰੋਗੇ ਤਾਂ ਉਹ ਭਗਤੀ ਅਧੂਰੀ ਹੈ। ਭਗਤੀ ਕੀ ਕਹਿੰਦੀ ਹੈ? ਪਾਠ ਕੀ ਕਹਿੰਦਾ ਹੈ? ਇਸ ਸਿਮਰਨ ਤੋਂ ਕੀ ਮਿਲਦਾ ਹੈ? ਗੁਰੂ ਤੇਗ ਬਹਾਦਰ ਮਹਾਰਾਜ ਨੇ ਕਈ ਦਹਾਕੇ ਬਾਬੇ ਬਕਾਲੇ ਵਿੱਚ ਭਗਤੀ ਕਰਕੇ ਕੀ ਕੀਤਾ? ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਸੀ ਮੈਂ ਤੇ ਭਗਤੀ ਇੰਨੀ ਕਰ ਲਈ, ਹੁਣ ਮੈਂ ਕੀ ਕਰਨਾ ਹੈ, ਮੈਂ ਤੇ ਬੈਠਾ ਭਾਈ। ਨਹੀਂ, ਅਸਾਮ ਤੱਕ ਚਲੇ ਗਏ, ਰਾਜਿਆਂ ਦੇ ਸਮਝੌਤੇ ਕਰਾਉਂਦੇ ਰਹੇ। ਦਿੱਲੀ ਵਿੱਚ ਆ ਕੇ ਆਪਣਾ ਸੀਸ ਦੇ ਦਿੱਤਾ। ਕਹਿਣਾ ਚਾਹੀਦਾ ਸੀ ਮੇਰੀ ਤੇ ਭਗਤੀ ਇੰਨੀ ਹੈ, ਮੈਨੂੰ ਕੀ ਲੋੜ ਹੈ। ਪਰ ਅੱਜ ਉਸ ਭਗਤੀ ਨੇ ਇੱਕ ਨਵੀਂ ਤਵਾਰੀਖ ਬਣਾ ਦਿੱਤੀ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਦੁਨੀਆ ਦੇ ਇਤਿਹਾਸ ਵਿੱਚ ਐਸਾ ਸ਼ਹੀਦ ਕੋਈ ਨਹੀਂ ਹੈ। ਤਿਲਕ ਲਾਉਂਦਾ ਨਹੀਂ, ਧੋਤੀ ਪਾਉਂਦਾ ਨਹੀਂ, ਜਨੇਊ ਪਾਉਂਦਾ ਨਹੀਂ, ਟੱਲ ਖੜਕਾਉਂਦਾ ਨਹੀਂ, ਮੰਦਰ ਜਾਂਦਾ ਨਹੀਂ ਹੈ। ਫਿਰ ਆਪਣੇ ਇਕਲੌਤੇ ਸਾਹਿਬਜ਼ਾਦੇ ਨੂੰ ਕਹਿ ਕੇ ਨਹੀਂ ਜਾਂਦਾ ਕਿ ਗੋਬਿੰਦ ਰਾਏ ਅੱਜ ਤੋਂ ਬਾਅਦ ਤੂੰ ਮੰਦਰ ਜਾਣਾ ਹੈ, ਟੱਲ ਖੜਕਾਉਣੇ, ਤਿਲਕ ਲਾਉਣੇ, ਤੂੰ ਜਨੇਊ ਪਾਉਣੇ ਨੇ, ਤੂੰ ਧੋਤੀ ਪਹਿਨਣੀ ਹੈ। ਕਦੇ ਸੁਣਿਆ ਤੁਸੀਂ ਐਸਾ ਕੋਈ ਸ਼ਹੀਦ? ਹਰ ਕੌਮ ਦੇ ਸ਼ਹੀਦ ਨੇ, ਹਰ ਧਰਮ ਦੇ ਸ਼ਹੀਦ ਨੇ, ਪਰ ਗੁਰੂ ਤੇਗ ਬਹਾਦਰ ਮਹਾਰਾਜ ਰਾਖੀ ਸਨਾਤਨ ਧਰਮ ਦੀ ਕਰਦੇ ਨੇ ਤਾਂ ਸ਼ਹੀਦ ਸਿੱਖ ਕੌਮ ਦੇ ਨੇ, ਸਿੱਖ ਧਰਮ ਦੇ ਨੇ। ਐਸਾ ਸ਼ਹੀਦ ਦੁਨੀਆ ਦੇ ਵਿੱਚ ਕਿਤੇ ਨਹੀਂ ਹੈ। ਐਸੀ ਧਰਤੀ ਸੰਸਾਰ ਵਿੱਚ ਕਿਤੇ ਨਹੀਂ ਹੈ ਜਿਹੋ ਜੀ ਚਾਂਦਨੀ ਚੌਕ ਦੀ ਧਰਤੀ ਹੈ। ਇੱਥੇ ਕੀਨੋ ਵੱਡੋ ਕੱਲੂ ਮੈਂ ਸਾਕਾ। ਇੱਥੇ ਕਲਯੁਗ ਦੀ ਸਭ ਤੋਂ ਵੱਡੀ ਘਟਨਾ ਨੂੰ ਸਤਿਗੁਰੂ ਜੀ ਨੇ ਅੰਜਾਮ ਦਿੱਤਾ ਹੈ, ਗੁਰੂ ਤੇਗ ਬਹਾਦਰ ਪਿਤਾ ਜੀ ਨੇ। ਸਮ ਸੁਪਨੇ ਕੇ ਇਹ ਜਗ ਜਾਣ। ਗੁਰੂ ਨੌਵੇਂ ਪਾਤਸ਼ਾਹ ਦੀ ਸਾਰੀ ਬਾਣੀ ਪੜੋ, ਬਾਰ-ਬਾਰ ਸਤਿਗੁਰੂ ਕਹਿੰਦੇ ਨੇ ਇਹ ਜਗਤ ਕੀ ਹੈ? ਸੁਪਨਾ। ਅੱਜ ਕਰੋਨੇ ਨੇ ਸਾਨੂੰ ਇਹ ਸਮਝਾ ਦਿੱਤਾ ਹੈ, ਜਿਹੜਾ ਬੰਦਾ ਤੁਹਾਨੂੰ ਕੱਲ ਮਿਲਿਆ ਉਹ ਅੱਜ ਹੈ ਨਹੀਂਗਾ, ਜਿਹੜਾ ਅੱਜ ਮਿਲਿਆ ਉਹਦੀ ਕੱਲ ਨੂੰ ਗਰੰਟੀ ਕੋਈ ਨਹੀਂ ਹੈ। ਬਿਨਸੈ ਛਿਨ ਮੈਂ ਸਾਚੀ ਮਾਨ। ਇੱਕ ਛਿਨ ਮਾਤਰ ਸਮੇਂ ਵਿੱਚ
ਇਹ ਗੱਲ ਸੱਚੀ ਕਰਕੇ ਮੰਨ ਕਿ ਇਹ ਸਭ ਕੁਝ ਖਤਮ ਹੋ ਸਕਦਾ ਹੈ ਅੱਖ ਚਮਕਣ ਜਿਹੇ ਸਮੇਂ ਵਿੱਚ। ਸੰਗ ਤੇਰੇ ਹਰ ਬਸਤ ਨੀਤ, ਰੱਬ ਹਮੇਸ਼ਾ ਤੇਰੇ ਨਾਲ ਹੈ। ਨਿਸ ਬਾਸੁਰ ਭਜ ਤਾਹੇ ਮੀਤ, ਦਿਨ ਰਾਤ ਉਹਨੂੰ ਸਿਮਰ, ਉਹਦੀ ਭਗਤੀ ਕਰ। ਬਾਰ ਅੰਤ ਕੀ ਹੋਏ ਸਹਾਏ, ਜਦੋਂ ਅੰਤ ਵੇਲਾ ਆਏਗਾ ਤੇਰੀ ਮਦਦ ਕਰੇਗਾ। ਰਾਤੀ ਮੈਨੂੰ ਇੱਕ ਫੋਨ ਆਉਂਦਾ ਹੈ, ਵੀਰ ਜੀ, ਉਸ ਭੈਣ ਨੇ ਆਪਣਾ ਨਾਂ ਲਿਆ। ਹੁਣ 4 ਮੈਂਬਰ ਨੇ, 2 ਬੱਚੇ ਨੇ, 2 ਆਪ ਨੇ। ਕਹਿੰਦੇ 5 ਦਿਨ ਹੋ ਗਏ ਨੇ, ਕੋਈ ਕਰੋਨੇ ਦਾ ਟੈਸਟ ਕਰਨ ਵਾਸਤੇ ਨਹੀਂ ਆ ਰਿਹਾ, ਕੋਈ ਸਾਡੀ ਮਦਦ ਕਰਨ ਵਾਸਤੇ ਨਹੀਂ ਆ ਰਿਹਾ। ਹੁਣ 5 ਦੇ ਸਰੀਰ ਤੇ ਬੁਖਾਰ ਹੈ, ਤਕਲੀਫ ਹੈ, ਹੋ ਸਕਦਾ ਹੈ ਕਿ 5 ਹੀ ਪੋਜ਼ਿਟਿਵ ਹੋਣ। ਹੁਣ ਜੇ ਉਹ 4 ਹੀ ਪੋਜ਼ਿਟਿਵ ਹੋਣ, ਜੇ ਉਹ ਬਾਹਰ ਨਿਕਲਦੇ ਨੇ, ਤੁਸੀਂ ਸੋਚ ਸਕਦੇ ਹੋ ਕਿੰਨੇ ਸੈਂਕੜੇ ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਸਕਦੇ ਨੇ। ਇੱਕ ਮੈਨੂੰ ਕੱਲ ਕੋਈ ਸੱਜਣ ਦੱਸ ਰਿਹਾ ਸੀ, ਕਹਿੰਦਾ ਜੀ ਇੱਕੋ ਹੀ ਘਰ 'ਚ ਮੈਂਬਰ ਹੈ ਤੇ ਉਹ ਟੈਸਟ ਕਰਾਉਣ ਲਈ ਲਾਈਨ 'ਚ ਲੱਗਾ ਹੋਇਆ ਹੈ ਤੇ ਬਾਅਦ 'ਚ ਪਤਾ ਲੱਗਾ ਉਹ ਪੋਜ਼ਿਟਿਵ ਹੈ। ਉਹ ਜਿੰਨਿਆਂ ਦੀ ਲਾਈਨ 'ਚ ਲੱਗਾ ਹੋਏਗਾ ਉਹਨੇ ਸਾਰੇ ਰਗੜਤੇ ਹੋਣੇ ਨੇ। ਅੱਜ ਇਹੋ ਜਿਹੇ ਪ੍ਰਾਣੀ ਨੂੰ ਜਿਹਨੂੰ ਸ਼ੱਕ ਹੋ ਸਕਦਾ ਹੈ ਕਿ ਉਹ ਪੋਜ਼ਿਟਿਵ ਹੈ, ਸਾਨੂੰ ਉਹਨੂੰ ਸਭ ਤੋਂ ਪਹਿਲਾਂ ਉਹਨੂੰ ਕੁਆਰੰਟਾਈਨ ਕਰਨਾ ਚਾਹੀਦਾ ਹੈ ਕਿ ਤੂੰ ਬਾਹਰ ਨਹੀਂ ਜਾ। ਉਹ ਕਿਉਂਕਿ ਜਿੱਥੇ ਜਿੱਥੇ ਉਹ ਵਿਚਰੇਗਾ ਉਹ ਸਾਰਿਆਂ ਨੂੰ ਪ੍ਰਭਾਵਿਤ ਕਰੇਗਾ। ਇਹ ਵੀ ਬਹੁਤ ਵੱਡੀ ਸੇਵਾ ਹੈ। ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ, ਭਾਈ ਇਹ ਤਾਂ ਕੋਈ ਦਾਵਾ ਨਹੀਂ ਹੈ, ਛਿਣ ਮਾਤਰ ਸਮੇਂ ਵਿੱਚ ਇਹ ਸੰਸਾਰ ਬਿਨਸਨਹਾਰ ਹੈ। ਪਰ ਚੇਤਾ ਰੱਖੀ, ਸੰਗ ਤੇਰੇ ਹਰ ਬਸਤ ਨੀਤ, ਤੇਰੇ ਨਾਲ ਸਿਰਫ ਕੇਵਲ ਰੱਬ ਹੈ। ਨਿਸ ਬਾਸਰ ਭਜ ਤਾਹੇ ਮੀਤ, ਐ ਮੇਰੇ ਮਿੱਤਰ, ਗੁਰੂ ਨੌਵੇਂ ਪਿਤਾ ਮਹਾਰਾਜ ਕਹਿੰਦੇ ਤੂੰ ਉਹਨੂੰ ਯਾਦ ਕਰ। ਬਾਰ ਅੰਤ ਕੀ ਹੋਏ ਸਹਾਏ, ਅਖੀਰ ਉਹਨੇ ਹੀ ਤੇਰਾ ਮਦਦਗਾਰ ਬਣਨਾ ਹੈ। ਉਹਨੇ ਢੋ ਟਕਾਉਣੇ ਨੇ, ਉਹਨੇ ਦਵਾਈ ਦਵਾਉਣੀ ਹੈ ਤੈਨੂੰ, ਉਹਦੀ ਬਖਸ਼ੀ ਦਵਾਈ ਨੇ ਕਾਟ ਕਰਨੀ ਹੈ, ਤੂੰ ਠੀਕ ਹੋਣਾ ਹੈ, ਤੈਨੂੰ ਤੰਦਰੁਸਤੀ ਮਿਲਣੀ ਹੈ। ਕਹੋ ਨਾਨਕ ਗੁਣ ਤਾਂ ਕੇ ਗਾਏ। ਇਸ ਕਰਕੇ ਜਿਹੜੇ ਅੰਤ ਬਾਰ ਸਹਾਈ ਹੋਣਾ ਹੈ, ਸਤਿਗੁਰੂ ਕਹਿੰਦੇ ਉਹਦੇ ਗੁਣ ਗਾ, ਉਹਦੀ ਸਿਫਤ ਸਲਾਹ ਕਰ। ਆਓ ਸਾਰੇ ਯਤਨ ਕਰੀਏ, ਜਿੱਥੇ ਉਸ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਜਿੱਥੇ ਮਰਨ ਦੀ ਚਿੰਤਾ ਨਹੀਂ ਕਰਨੀ, ਕੇਵਲ ਉਸ ਭੇਜਣ ਵਾਲੇ ਨੂੰ ਚੇਤੇ ਕਰਨਾ ਹੈ ਕਿ ਉਸ ਪ੍ਰਮਾਤਮਾ ਨੇ ਸਾਨੂੰ ਭੇਜਿਆ ਹੈ ਤੇ ਜਿੰਨੀ ਹਜਾਤੀ ਉਸ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ, ਇਹ ਵੀ ਚੇਤਾ ਰੱਖਣਾ, ਸਵਾਸ ਘਟਦੇ ਵੱਧਦੇ ਨਹੀਂ ਹੈ। ਹੁਣ ਵੀ ਉਹੀ ਪ੍ਰਾਣੀ ਸੰਸਾਰ ਤੋਂ ਜਾਣਗੇ ਜਿਨ੍ਹਾਂ ਦੀ ਬਿੱਦ ਇਸ ਤਰ੍ਹਾਂ ਦੀ ਬਣੀ ਹੋਏਗੀ ਕਿ ਇਹੋ ਜਿਹਾ ਸਮਾਂ ਆਏਗਾ ਤੇ ਉਹਨਾਂ ਦੀ ਮੌਤ ਹੋਏਗੀ। ਸਾਰਿਆਂ ਦੀ ਮੌਤ ਨਹੀਂ ਹੋਣੀ। ਇਸ ਕਰਕੇ ਨਾ ਹੋਵੇ ਕਿ ਆਪਾਂ ਸਾਰੇ ਡਰ ਕੇ ਬਹਿ ਜਾਈਏ। ਮੈਂ ਤਾਂ ਰੋਜ਼ ਬੇਨਤੀ ਕਰਦਾ, ਡਰਨ ਦੀ ਲੋੜ ਨਹੀਂ, ਵਾਰੀਅਰ ਬਣਨ ਦੀ ਲੋੜ ਹੈ। ਹਾਂ, ਇੱਕ ਗੱਲ ਜ਼ਰੂਰ ਹੈ, ਪਹਿਲਾਂ ਆਪਣੇ ਆਪ ਨੂੰ ਸੇਫ ਕਰੋ, ਮਾਸਕ ਪਾਓ, ਹੱਥ ਧੋਵੋ, ਸੋਸ਼ਲ ਡਿਸਟੈਂਸ ਬਣਾ ਕੇ ਚੱਲੋ। ਆਓ ਇੱਕ ਮਨੁੱਖੀ ਚੇਨ ਬਣਾ ਕੇ ਇਸ ਬੰਗਲਾ ਸਾਹਿਬ ਦੇ ਅਸਥਾਨ ਤੋਂ ਉਹ ਮਨੁੱਖੀ ਸੇਵਾਵਾਂ ਕਰੀਏ ਜਿਹਦੇ ਨਾਲ ਦੁਖੀਆਂ ਦੇ ਦੁੱਖ ਘਟ ਸਕਣ। ਅਰਦਾਸ ਕਰੀਏ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅਸਥਾਨ ਤੇ, ਇੱਥੋਂ ਦਾ ਪਵਿੱਤਰ ਜਲ ਜਿਹਨੂੰ ਸੰਗਤ ਅੰਮ੍ਰਿਤ ਮੰਨ ਕੇ ਛਕਦੀ ਹੈ, ਅਸੀਂ ਲੋੜਵੰਦਾਂ ਤੱਕ ਪਹੁੰਚਾਈਏ ਤਾਂ ਕਿ ਰੋਗੀਆਂ ਦੇ ਰੋਗ ਮਿਟ ਸਕਣ, ਉਹਨਾਂ ਦੀਆਂ ਲੋੜਾਂ ਪੂਰੀਆਂ ਹੋ ਸਕਣ। ਇਹਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।